ਸਾਡੇ ਅੱਜ ਦੇ ਜਿਹੜੇ ਵਿਸ਼ਾ ਮਾਹਰ ਨੇ ਕਿ ਪੰਜਾਬ ਐਗਰੀਕਲਚਰ ਸਰਵਿਸਿਜ਼ ਦੇ ਵਿੱਚ ਫਸਟ ਕਲਾਸ ਆਫਿਸਰ ਰਿਟਾਇਰਡ ਨੇ ਜੀ। ਉਹ ਕਦੀ ਫੇ ਕੋਈ ਲੋਟਾ ਦੇ ਮੇਰੇ ਬੀਤੇ ਹੋਏ ਦਿਨ ਜੀ ਕਰਦਾ ਇਦਾਂ ਬਣਿਆ ਕਿ ਡਿਸਟ੍ਰਿਕਟ ਅੰਮ੍ਰਿਤਸਰ ਦਾ ਜੰਪਲ ਜਿਹੜੀ ਹੈਗੀ ਆ ਤੁਹਾਡੀ ਸਰਵਿਸ ਜਿਹੜੀ ਹੈਗੀ ਕਪੂਰਥਲੇ ਡਿਸਟ੍ਰਿਕਟ ਦੇ ਵਿੱਚ, ਤੇ ਪਰ ਤੁਸੀਂ ਆਏ ਫਿਰ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਇਤਰਾਂ ਦੇ ਵਗਦੇ ਨੇ ਚੋ ਵਾਹ ਨਹੀਂ ਉੱਥੇ ਮੇਰਾ ਯਾਰ ਵਸਦਾ, ਵਾਹ ਜਿੱਥੇ ਪਵਨ ਵੀ ਲੰਘਦੀ ਖਲੋ ਜੀ ਨਹੀਂ ਉੱਥੇ ਮੇਰਾ ਯਾਰ ਵਸਦਾ। ਕਿਉਂਕਿ ਹੁਸ਼ਿਆਰਪੁਰ ਜਿਹੜਾ ਹੈ ਉਹ ਦੋ ਗੱਲਾਂ ਕਰਕੇ ਬੈਸਟ ਰਹਿਣਾ ਜੀ। ਇੱਕ ਹਵਾ ਦੇ ਪੱਖ ਤੋਂ ਇੱਥੇ ਬੈਸਟ ਰਹਿਣੀ ਕਿਉਂਕਿ ਇੱਥੇ ਸਭ ਤੋਂ ਵੱਧ ਵੈਜੀਟੇਸ਼ਨ ਹੈ। ਬਹੁਤ ਐਗਰੀਵੇਟ ਹੋ ਰਹੀ ਗੱਲ, ਬਹੁਤ ਬੁਰੀ ਅਵਸਥਾ ਚਲੇਗੀ, ਉਹ ਚਲੇਗੀ ਪਾਣੀ ਦੀ ਘਾਟ ਦੀ ਜੀ। और दूसरी जी हैगी देखो किसान की हालत है भी जी कोई चीज़ पैदा कर रहा हो वो ये नहीं सोच रहा भी मैं जड़ियाँ जहर पा रहा वो किसी ने खानिया भी चीज़ां रहा। किसान नूं कदे स्ट्रैस आउंदी ही नहीं ना आ सकती है जी। क्यों? कीड़े ते मित्र कीड़े इन्हां दी पछाण करते रहना तां जो साडा बैलेंस बनिया रहे। बहुत मकड़ियां ਜਿਹੜੀਆਂ ਮੱਕੜੀਆਂ ਸਾਡੇ ਮਿੱਤਰ ਕੀੜਿਆਂ ਦੇ ਤੌਰ ਤੇ ਕੰਮ ਕਰਦੀਆਂ ਵਿੱਚ ਰੈਜ਼ੀਡੂਅਲ ਇਫੈਕਟ ਵੀ ਜ਼ਹਿਰਾਂ ਦੇ ਆ ਰਿਹਾ। ਇਸੇ ਕਰਕੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਸਾਡੇ ਅਨਾਜ ਨੂੰ ਲੈਣ ਵਾਲੇ ਨਹੀਂ ਹਨ। ਕਿਸਾਨ ਦੇ ਹਿੱਤ ਦੀ ਗੱਲ ਕਰਨੀ ਜੀ, ਉਹਦਾ ਮਹਿਨਾ ਜਿਹੜਾ ਉਹ ਬਹੁਤ ਵੱਡਾ ਬਣਦਾ ਹੈ। ਆਈਏਐਸ ਆਫੀਸਰ ਉਹਨਾਂ ਨੂੰ ਗਾਈਡ ਕਰ ਰਹੇ ਨੇ ਡਾਇਰੈਕਟ ਉਸ ਸੋਸਾਇਟੀ ਨੂੰ, ਤੇ ਉਹਨਾਂ ਦਾ ਜਿਹੜਾ ਟਰਨਓਵਰ ਵੀ ਆ ਹਲੇ ਕਰੋੜਾਂ ਦੇ ਵਿੱਚ ਆ। ਡਾਕਟਰ ਸਾਹਿਬ ਮੈਨੂੰ ਇੱਕ ਦੱਸੋ ਕਿ ਤੁਸੀਂ ਆਪਣੇ ਜੀਵਨ ਟਾਈਮ ਦੇ ਵਿੱਚ दूरदर्शन के उत्ते भी रहे, राष्ट्रपति अवार्ड उन्होंने मिलया गडोया की खाद करके, गडोया की खाद करके ऑर्गेनिक प्रोडक्शन करके। सत श्री अकाल दर्शक भरावो, मैं तुहाडा स्वागत करता हाँ AG एग्रो एंड टैक चैनल के उत्ते। असी हर वार की तरह कोशिश यही हुंदी है कि असी तुहाडे नाल किसान माहिरां दी उन्हां दी तुहाडे नाल मुलाकात करवाई जाए। ਅਸੀਂ ਸਿੱਧੇ ਤੌਰ ਦੇ ਉੱਤੇ ਕਿਸਾਨੀ ਨਾਲ ਸੰਬੰਧਿਤ ਵਿਸ਼ਿਆਂ ਨੂੰ ਹੀ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਕੈਮਰੇ ਦੀ ਨਿਗਾਹ ਦੇ ਤਹਿਤ ਅਸੀਂ ਤੁਹਾਡੇ ਨਾਲ ਰੂਬਰੂ ਕਰਵਾਵਾਂਗੇ। ਸਾਡੇ ਅੱਜ ਦੇ ਜਿਹੜੇ ਵਿਸ਼ਾ ਮਾਹਰ ਨੇ ਇਹ ਤੁਹਾਨੂੰ ਇਹ ਦੱਸਣਾ ਚਾਹਾਂਗੇ ਕਿ ਪੰਜਾਬ ਐਗਰੀਕਲਚਰ ਸਰਵਿਸਿਜ਼ ਦੇ ਵਿੱਚ ਫਸਟ ਕਲਾਸ ਆਫਿਸਰ ਰਿਟਾਇਰਡ ਨੇ। ਇਹਨਾਂ ਦੀ ਜਿਹੜੀ ਸ਼ਖਸੀਅਤ ਆ ਵਿਲੱਖਣ ਸ਼ਖਸੀਅਤ ਆ। ਇਹਨਾਂ ਨੇ ਆਪਣੇ ਜੀਵਨ ਟਾਈਮ ਦੇ ਵਿੱਚ ਐਗਰੀਕਲਚਰ ਆਫਿਸਰ ਤਾਂ ਕੀਤੀ ਵੱਖ-ਵੱਖ ਫੀਲਡ ਦੇ ਉੱਤੇ ਵੀ ਕੰਮ ਕੀਤਾ, ਜਿਹਦੇ ਤਹਿਤ ਇਹਨਾਂ ਨੇ ਪ੍ਰੋਫੈਸਰਸ਼ਿਪ ਵੀ ਕੀਤੀ ਜਾਂ ਕਹਿ ਸਕਦੇ ਹਾਂ ਕਿ ਇੱਕ ਸੰਪੂਰਨ ਸ਼ਖਸੀਅਤ ਨੇ। ਆਓ ਅਸੀਂ ਇਹਨਾਂ ਦੇ ਬਾਰੇ ਅਸੀਂ ਇਹਨਾਂ ਦੇ ਨਾਲ ਬੈਠ ਕੇ ਹੀ ਅੱਜ ਗੱਲਬਾਤ ਕਰਾਂਗੇ। ਸਾਡੇ ਨਾਲ ਜੁੜ ਰਹੇ ਨੇ ਡਾਕਟਰ ਸੁਖਦੇਵ ਸਿੰਘ ਢਿੱਲੋਂ ਜੀ ਹੁਣੀ। ਹਾਂਜੀ, ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ AG ਐਗਰੋ ਐਂਡ ਟੈਕ ਦੇ ਉੱਤੇ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਦੀ ਮੈਂ ਦਰਸ਼ਕ ਵੀਰਾਂ ਨਾਲ ਪਹਿਲੀ ਸਾਂਝ ਪਾ ਲਈ ਆ ਕਿ ਅਸੀਂ ਜਿਹੜੇ ਹੈਗੇ ਆ ਡਾਕਟਰ ਸਾਹਿਬ ਦੇ ਕੋਲ ਅੱਜ ਪਹੁੰਚੇ ਹਾਂ, ਅਤੇ ਆਓ ਅਸੀਂ ਇੱਕ ਵਾਰ ਡਾਕਟਰ ਸਾਹਿਬ ਦੇ ਨਾਲ ਹੀ ਮਿਲ ਕੇ ਅੱਜ ਅਸੀਂ ਇਹਨਾਂ ਦੇ ਜਿਹੜਾ ਹੈਗਾ ਪੂਰੇ ਜੀਵਨ ਚੱਕਰ ਦੇ ਉੱਤੇ ਇੱਕ ਵਾਰੀ ਝਾਤ ਮਾਰੀਏ। ਡਾਕਟਰ ਸਾਹਿਬ, ਹਰ ਇੱਕ ਬੰਦੇ ਦਾ ਜਿਹੜਾ ਬਚਪਨ ਹੈਗਾ ਆ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਫੈਮਿਲੀ ਵਿੱਚੋਂ ਨਿਕਲ ਕੇ ਬੀਤਦਾ ਆ, ਅਤੇ ਡਾਕਟਰ ਸਾਹਿਬ ਇੱਕ ਵਾਰੀ ਸਾਡੇ ਨਾਲ ਜ਼ਰੂਰ ਇੱਕ ਵਾਰੀ ਸਾਂਝ ਪਾਓ ਕਿ ਤੁਹਾਡਾ ਜਿਹੜਾ ਬਚਪਨ ਹੈਗਾ ਆ ਉਹ ਕਿਸ ਤਰ੍ਹਾਂ ਜਿਹੜਾ ਹੈਗਾ ਕਿਹੜੇ ਕਹਿ ਸਕਦੇ ਸਥਿਤੀਆਂ ਵਿੱਚੋਂ ਨਿਕਲਿਆ ਆ। ਸਧਾਰਨ ਪਰਿਵਾਰ ਦਾ ਮੈਂ ਬੱਚਾ ਹਾਂ ਜੀ। ਮੇਰੇ ਮਾਂ ਪਿਓ ਅਨਪੜ੍ਹ ਨੇ ਔਰ ਉਹਨਾਂ ਦਾ ਪੰਜਾਬੀ ਚ ਆਪਾਂ ਕਹਿੰਦੇ ਪਲੇਠੀ ਦਾ ਪੁੱਤ ਹਾਂ ਮੈਂ ਜੀ ਜੀ ਵੱਡਾ ਮੁੰਡਾ। ਹਾਂਜੀ, ਉਸ ਲਿਹਾਜ਼ ਦੇ ਨਾਲ ਉਹਨਾਂ ਦੇ ਮਨ ਵਿੱਚ ਇੱਛਾ ਸੀ ਕਿ ਮੁੰਡੇ ਨੂੰ ਪੜ੍ਹਾਉਣਾ ਵੀ ਆ। ਅੱਛਾ ਜੀ। ਉਸ ਮੇਰੀ ਮਾਂ ਨੂੰ ਬਹੁਤ ਚਾਅ ਸੀ ਜੀ, ਤੇ ਮੇਰੀ ਮਾਂ ਨੇ ਮੈਨੂੰ ਸਕੂਲ ਭੇਜਿਆ ਜੀ। ਮੈਂ ਇੱਕ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਦੋਲੋ ਨੰਗਲ ਜਿਹੜਾ ਐਨ ਬਾਰਡਰ ਤੇ ਆ ਦੁਆਬੇ ਤੇ ਮਾਝੇ ਦੇ ਬਿਲਕੁਲ ਜੀ, ਤੇ ਬਿਆਸ ਦੇ ਨਾਲ ਬਿਲਕੁਲ। ਹਾਂਜੀ ਹਾਂਜੀ, ਉੱਥੇ ਦਾ ਜੰਮ ਪਲਿਆ ਔਰ ਪਿੰਡ ਦੇ ਸਕੂਲ 'ਚ ਹੀ ਪੜ੍ਹਿਆ ਮੈਂ, ਜਿੱਥੇ ਮੇਰੀ ਮਾਂ ਮੈਨੂੰ ਦਾਖਲ ਕਰਾ ਕੇ ਆਈ। ਹਾਂਜੀ, ਉੱਥੇ ਹੀ ਛੱਪੜ ਦੇ ਵਿੱਚ ਫੱਟੀ ਪੂਜਦੇ ਹੁੰਦੇ ਸੀਗੇ। ਹਾਂਜੀ, ਉਹ ਬਚਪਨ ਦੀਆਂ ਯਾਦਾਂ ਜਿਹੜੀਆਂ ਬੜੀਆਂ ਵਿਲੱਖਣ ਹੈ, ਬਹੁਤ ਵਧੀਆ ਹੈ ਜੀ। ਉਹ ਕਦੀ ਫੇ ਕੋਈ ਲੋਟਾ ਦੇ ਮੇਰੇ ਬੀਤੇ ਹੋਏ ਦਿਨ ਜੀ ਕਰਦਾ ਇੱਦਾਂ ਜੀ ਜੀ ਜੀ। ਤੇ ਅੱਜ ਡਾਕਟਰ ਸਾਹਿਬ ਦਾ ਜਿਹੜਾ ਹੈਗਾ ਆ ਬਚਪਨ ਦਾ ਅਸੀਂ ਦੇਖਿਆ। ਅਸੀਂ ਇਸ ਤੋਂ ਬਾਅਦ ਅੱਗੇ ਵੱਧਦੇ ਹਾਂ ਕਿ ਡਾਕਟਰ ਸਾਹਿਬ ਸਾਨੂੰ ਇਹ ਦੱਸੋ ਕਿ ਤੁਹਾਡਾ ਜਿਹੜਾ ਬਚਪਨ ਹੈਗਾ, ਮੈਨੂੰ ਜਿੱਥੇ ਤੱਕ ਪਤਾ ਲੱਗਾ ਵੀ ਤੁਹਾਡਾ ਹੈਗਾ ਜਿਹੜਾ ਪਿੰਡ ਦੇ ਸਕੂਲ ਤੋਂ ਸ਼ੁਰੂ ਹੋਇਆ ਜਿਹੜਾ ਵਿੱਦਿਆ ਦਾ ਜਿਹੜਾ ਸਫ਼ਰ ਜਿਹੜਾ ਸ਼ੁਰੂ ਹੋਇਆ, ਅਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਹੈਗਾ ਆ ਉਸ ਪਿੰਡ ਦੇ ਲੈਵਲ ਤੋਂ ਅੱਗੇ ਵਧਣ ਦਾ ਕਿਸ ਤਰ੍ਹਾਂ ਜਿਹੜਾ ਹੋਇਆ ਬਣਿਆ ਜੀਵਨ ਦੇ ਵਿੱਚ। ਮੈਂ ਦੱਸਿਆ ਜਿੱਦਾਂ ਜ਼ਿਕਰ ਕੀਤਾ ਵੀ ਪਿੰਡ ਦੇ ਵਿੱਚ ਪ੍ਰਾਇਮਰੀ ਸਕੂਲ ਦਾ ਮੈਂ ਪੜ੍ਹਿਆ ਹੋਇਆ। ਹਾਂਜੀ, ਔਰ ਪ੍ਰਾਇਮਰੀ ਸਕੂਲ ਦੇ ਵਿੱਚ ਜਿਹੜੀ ਮੈਨੂੰ ਇੱਕ ਵਿਸ਼ੇਸ਼ ਗੱਲ ਯਾਦ ਆ ਰਹੀ ਹੈ ਬਚਪਨ ਦੀ, ਉਹ ਬੜੀ ਮਹੱਤਵਪੂਰਨ ਹੈ ਕਿ 5ਵੀਂ ਜਮਾਤ ਦੇ ਵਿੱਚ ਮੈਂ ਫਸਟ ਆਇਆ ਸੀ ਜੀ। ਤੇ
ਉਸ ਜ਼ਮਾਨੇ ਦੇ ਵਿੱਚ ਇਨਾਮ ਮਿਲਦੇ ਹੁੰਦੇ ਸੀ ਤੇ ਇੱਕ ਪੈਨ ਹਾਂਜੀ ਮੈਨੂੰ ਇਨਾਮ 'ਚ ਮਿਲਿਆ ਸੀ, ਉਹ ਸ਼ਾਹੀ ਨਾਲ ਲਿਖਣ ਵਾਲਾ ਟਿਊਬ ਪਰ ਭਰਦੀ ਹੁੰਦੀ ਸੀ। ਦਰਸ਼ਕ ਵੀਰੋ ਮੈਂ ਤੁਹਾਨੂੰ ਇੱਕ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਉਹਲੇ ਜ਼ਮਾਨੇ ਦੇ ਵਿੱਚ ਪੈਨ ਮਿਲਣਾ ਜਾਂ ਪੈਨ ਰੱਖਣਾ ਇੱਕ ਮਾਇਨਾ ਰਖਾਉਂਦਾ ਹੁੰਦਾ ਸੀ, ਕਿਉਂਕਿ ਉਸ ਵੇਲੇ ਜਿਹੜੀ ਹੈਗੀ ਆ ਕਿਤੇ ਨਾ ਕਿਤੇ ਅਸੀਂ ਜੇ ਦੇਖਦੇ ਹਾਂ ਪੁਰਾਣੇ ਸਮੇਂ ਦੇ ਵਿੱਚ ਜਾਂ ਉਹਦੇ ਟਾਈਮ ਦੇ ਵਿੱਚ ਜਿਹੜਾ ਉਹ ਹੈਗਾ ਆ ਵੀ ਉਹਦੇ ਟਾਈਮ ਦੇ ਵਿੱਚ ਇੱਕ ਦਵੈਤ ਨਾਲ ਚੱਲਣੇ ਵਾਲਾ ਜਿਹੜਾ ਹੈਗਾ ਉਹ ਵਿਦਿਆ ਦੇ ਵਿੱਚ ਜਿਹੜਾ ਅਸੀਂ ਯੂਜ਼ ਕਰਦੇ ਹੁੰਦੇ ਸੀਗੇ। ਜਿਹੜਾ ਪੈਨ ਡਾਕਟਰ ਸਾਹਿਬ ਮਿਲਣਾ ਵੀ ਮੈਨੂੰ ਲੱਗਦਾ ਕਿ ਉਸ ਵੇਲੇ ਦਾ ਜਿਹੜਾ ਆ ਉਹ ਪਹਿਲੀ ਪੌੜੀ ਵਾਂਗੂ ਕੰਮ ਕੀਤਾ ਹੋਣਾ। ਬਿਲਕੁਲ ਬਿਲਕੁਲ ਬਿਲਕੁਲ, ਇਹ ਬਹੁਤ ਵੱਡਾ ਮਾਣ ਸੀ ਜੀ ਜਿਹੜਾ ਮੈਨੂੰ ਉੱਥੇ ਉਸ ਸਕੂਲ ਦੇ ਵਿੱਚੋਂ ਮਿਲਿਆ ਜੀ। ਇਹ ਕਾਰਨ ਇਹੀ ਸੀ ਕਿ ਮੈਂ ਪੜ੍ਹਨ ਵਿੱਚ ਸ਼ਾਇਦ ਚੰਗਾ ਸੀ, ਇਸ ਕਰਕੇ ਸਕੂਲ 'ਚ ਫਸਟ ਆਇਆ। ਹਾਂਜੀ ਫਿਰ ਮੇਰੇ ਕੋਲ ਹੀ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਖਾਲਸਾ ਸਕੂਲ ਬਾਬਾ ਬਕਾਲਾ, ਹਾਂਜੀ ਉੱਥੇ ਮੈਂ ਮੈਟ੍ਰਿਕ ਕੀਤੀ। ਅੱਛਾ ਜੀ। ਔਰ ਮੈਟ੍ਰਿਕ ਮੈਂ ਜਦੋਂ ਕੀਤੀ ਹੈ 1969 ਦੇ ਵਿੱਚ, ਹਾਂਜੀ ਉਹ ਮੈਨੂੰ ਇਹ ਦੱਸ ਕੇ ਤੈਨੂੰ ਖੁਸ਼ੀ ਹੋਊਗੀ ਜੀ ਕਿ ਮੈਂ ਪੰਜਾਬ ਯੂਨੀਵਰਸਿਟੀ ਤੋਂ ਮੈਟ੍ਰਿਕ ਕੀਤੀ ਹੈ ਜੀ। ਮੇਰਾ ਮੈਟ੍ਰਿਕ ਦਾ ਸਰਟੀਫਿਕੇਟ ਪੰਜਾਬ ਯੂਨੀਵਰਸਿਟੀ ਦਾ ਬਣਿਆ ਹੋਇਆ। ਅਰੇ ਵਾਹ। ਔਰ ਉਸੇ ਸਾਲ ਹੀ ਜਿਹੜੀ ਹੈ ਉਹ ਪੰਜਾਬ ਦਾ ਬੋਰਡ ਜਿਹੜਾ ਹੈ ਉਹ ਨੈਕਸਟ ਈਅਰ ਉਹ ਸ਼ੁਰੂ ਹੋ ਗਿਆ। ਉਹ ਤੋਂ ਪਹਿਲਾਂ ਸਾਡੀ ਜਿਹੜੀ ਮੈਟ੍ਰਿਕ ਜਿਹੜੀ ਉਹ ਯੂਨੀਵਰਸਿਟੀ 'ਚ ਹੁੰਦੀ ਸੀ। ਦੇਖਿਆ ਜਾਵੇ ਕਿ ਜਾਨੀ ਕਿ ਤੁਸੀਂ ਯੂਨੀਵਰਸਿਟੀ ਲੈਵਲ ਤੋਂ ਹੀ ਸ਼ੁਰੂ ਕਰ ਲਈ ਆਪਣੀ ਜਿਹੜੀ ਮੈਟ੍ਰਿਕ ਦੀ ਜਿਹੜੀ ਸਟੱਡੀ ਹੈ ਜੀ। ਤੇ ਉਸ ਤੋਂ ਬਾਅਦ ਡਾਕਟਰ ਸਾਹਿਬ ਆਪਾਂ ਐਗਰੀਕਲਚਰ ਵਾਲੇ ਪਾਸੇ ਕਿਸ ਤਰ੍ਹਾਂ ਹੈ? ਮੈਂ ਮੈਟ੍ਰਿਕ ਤੋਂ ਬਾਅਦ ਤੇ ਜਿਹੜਾ ਹੈ ਖਾਲਸਾ ਸਕੂਲ ਤੋਂ ਮੈਂ ਮੈਟ੍ਰਿਕ ਕੀਤੀ ਹੈ ਔਰ GTB ਕਾਲਜ ਸਠਿਆਲਾ ਉੱਥੋਂ ਮੈਂ ਪ੍ਰੈਪ ਕੀਤੀ। ਪ੍ਰੈਪ ਤੋਂ ਬਾਅਦ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਗਿਆ BSc ਐਗਰੀਕਲਚਰ ਦਾਖਲ ਹੋਣ ਲਈ। ਉੱਥੋਂ ਮੈਂ BSc ਐਗਰੀਕਲਚਰ ਦੀ ਡਿਗਰੀ ਕੀਤੀ ਹੈ ਔਰ 1974 ਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ, ਕਿਉਂਕਿ ਪਰਿਵਾਰ ਜਿਹੜਾ ਇੱਕ ਸਧਾਰਨ ਪਰਿਵਾਰ ਆ, ਹਾਂਜੀ ਸਧਾਰਨ ਪਰਿਵਾਰ ਦੇ ਵਿੱਚ ਇਹ ਸੀ ਵੀ ਨੌਕਰੀ ਕਰਨੀ ਹੈ ਜੀ। ਬਿਲਕੁਲ। ਤੇ ਮੈਂ ਪਹਿਲੀ ਨੌਕਰੀ ਜਿਹੜੀ ਆ ਅਧਿਆਪਕ ਦੇ ਤੌਰ ਦੇ ਉੱਤੇ ਖੇਤੀਬਾੜੀ ਮਾਸਟਰ, ਹਾਂਜੀ ਦਰਬਾਰ ਪੰਡੋਰੀ ਪਿੰਡ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ, ਹਾਂਜੀ ਉੱਥੋਂ ਜਿਹੜੀ ਆਪਣੀ ਸ਼ੁਰੂ ਕੀਤੀ। ਔਰ ਉਸ ਜ਼ਮਾਨੇ ਦੇ ਵਿੱਚ ਹੈਡ ਮਾਸਟਰ ਹੀ ਭਰਤੀ ਕਰਦਾ ਹੁੰਦਾ ਸੀ। ਯਾਨੀ ਕਿ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਜਿਹੜਾ ਹੈਗਾ ਸਰਵਿਸ ਵੱਲ ਆਏ ਜੀ। ਤੇ ਉਸ ਤੋਂ ਬਾਅਦ ਐਗਰੀਕਲਚਰ ਡਿਪਾਰਟਮੈਂਟ ਦਾ ਜਿਹੜਾ ਸਫ਼ਰ ਆ ਬਹੁਤ ਮੈਨੂੰ ਲੱਗਦਾ ਹਜੇ ਤੱਕ ਵੀ ਇਹਦੇ ਵਿੱਚ ਕੋਈ ਪੌੜੀਆਂ ਆਉਂਦੀਆਂ ਆ, ਤੇ ਸਾਡੇ ਨਾਲ ਜਰੂਰ ਇੱਕ ਵਾਰੀ ਉਹਦੇ ਬਾਰੇ ਜਰੂਰ ਸਾਂਝ ਪਾਓ। 1978 ਦੇ ਵਿੱਚ ਮੈਂ ਡਿਪਾਰਟਮੈਂਟ ਐਗਰੀਕਲਚਰ ਦੇ ਵਿੱਚ ਆ ਗਿਆ ਸੀ। ਹਾਂਜੀ। ਔਰ ਮੈਂ ਨੌਕਰੀ ਆਪਣੀ ਸ਼ੁਰੂ ਕੀਤੀ ਫਗਵਾੜੇ ਤੋਂ, ਕਪੂਰਥਲੇ ਜ਼ਿਲ੍ਹੇ ਤੋਂ। ਹਾਂਜੀ। ਔਰ ਉਦੋਂ ਮੇਰਾ ਵਿਆਹ ਵੀ ਹੋ ਚੁੱਕਾ ਸੀਗਾ ਜੀ। ਤੇ ਮੈਂ ਫਿਰ ਜਿਹੜਾ ਆਪਣੀ ਬਦਲੀ ਕਰਾ ਕੇ ਹੁਸ਼ਿਆਰਪੁਰ ਆ ਗਿਆ ਜੀ। ਤੇ ਦੁਆਬੇ ਨੂੰ ਮੈਂ ਆਪਣਾ ਘਰ ਜਿਹਾ ਹੀ ਸਮਝ ਲਿਆ ਵੀ ਮੈਂ ਹੁਣ ਇੱਥੇ ਵਸਣਾ। ਤੇ ਡਾਕਟਰ ਸਾਹਿਬ ਦਾ ਜਿਹੜਾ ਹੈਗਾ ਇਸ ਵੇਲੇ ਰਹਿਣ ਬਸੇਰਾ ਜਿਹੜਾ ਹੈਗਾ ਆ ਡਿਸਟ੍ਰਿਕਟ ਹੁਸ਼ਿਆਰਪੁਰ ਦੀ ਜਿਹੜੀ ਮੇਨ ਸਿਟੀ ਦੇ ਵਿੱਚ ਹੈ। ਡਾਕਟਰ ਸਾਹਿਬ ਮੈਨੂੰ ਇਹ ਦੱਸੋ ਕਿ ਤੁਹਾਡਾ ਜਿਹੜਾ ਇੱਥੇ ਆਉਣ ਦਾ ਵਿਚਾਰ ਕਿਸ ਤਰ੍ਹਾਂ ਬਣਿਆ ਕਿ ਡਿਸਟ੍ਰਿਕਟ ਅੰਮ੍ਰਿਤਸਰ ਦਾ ਜੰਮਪਲ ਜਿਹੜੀ ਹੈਗੀ ਆ ਤੁਹਾਡੀ ਸਰਵਿਸ ਜਿਹੜੀ ਹੈਗੀ ਕਪੂਰਥਲੇ ਡਿਸਟ੍ਰਿਕਟ ਦੇ ਵਿੱਚ, ਤੇ ਪਰ ਤੁਸੀਂ ਆਏ ਫਿਰ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ? ਮੈਂ ਜਿੱਦਾਂ ਜ਼ਿਕਰ ਕੀਤਾ ਪਹਿਲਾਂ ਅਰਵਿੰਦ ਕੇ, ਕਿਉਂਕਿ ਮੈਨੂੰ ਖੁਸ਼ੀ ਹੈ ਕਿ ਤੂੰ ਮੇਰਾ ਬੜਾ ਪਿਆਰਾ ਵਿਦਿਆਰਥੀ ਹੈ। ਹਾਂਜੀ। ਤੂਤਾ ਪਿੰਡ ਦਾ ਰਹਿਣ ਵਾਲਾ। ਹਾਂਜੀ। ਔਰ ਸ਼ਿਵ ਕੁਮਾਰ ਬਟਾਲਵੀ ਦਾ ਵੀ ਦੋਸਤ ਹਾਂਜੀ ਤੁਹਾਡੇ ਪਿੰਡ 'ਚ ਸੀਗਾ। ਹਾਂਜੀ। ਤੇ ਉਹ ਵੀ ਇਹ ਕਹਿੰਦਾ ਉਹਦੇ ਦੋਸਤ ਨੇ ਕਿਹਾ ਨਾ ਵੀ ਮੈਂ ਹੁਣ ਚੱਲਦੇ ਚੱਲਦੇ ਗੱਲ ਕਰ ਰਿਹਾ ਜੀ, ਵੀ ਦੋਸਤ ਨੇ ਕਿਹਾ ਵੀ ਤੂੰ ਮੇਰੇ ਪਿੰਡ ਬਾਰੇ ਮੈਨੂੰ ਵੀ ਗੱਲ ਕਰ ਕੋਈ, ਕਦੀ ਲਿਖ ਤੂੰ ਇੰਨਾ ਕਵੀ ਆ ਜੀ। ਬਿਲਕੁਲ। ਉਹ ਫਿਰ ਨੇ ਲਿਖਿਆ ਵੀ ਜਿੱਥੇ ਇਤਰਾਂ ਦੇ ਵਗਦੇ ਨੇ ਚੋ ਨਹੀਂ ਉੱਥੇ ਮੇਰਾ ਯਾਰ ਵਸਦਾ। ਵਾਹ। ਜਿੱਥੇ ਪਵਨ ਵੀ ਲੰਘਦੀ ਖਲੋ ਜੀ ਨਹੀਂ ਉੱਥੇ ਮੇਰਾ ਯਾਰ ਵਸਦਾ। ਤੂੰ ਉਸ ਪਿੰਡ ਦਾ ਜੰਮਪਲ ਬੱਚਾ ਤੇ ਮੇਰਾ ਪਿਆਰਾ ਵਿਦਿਆਰਥੀ ਆ ਜੀ। ਮੈਂ ਹੁਸ਼ਿਆਰਪੁਰ ਦੇ ਵਿੱਚ ਕਿਉਂਕਿ ਮੇਰੀ ਸਾਥਣ ਜੀ ਕੁਲਵੰਤ ਇਸ ਇੱਥੇ ਦੀ ਰਹਿਣ ਵਾਲੀ ਸੀ ਜੀ, ਅਧਿਆਪਕ ਸੀ, ਇੱਕ ਟੈਂਪਰੇਰੀ ਅਧਿਆਪਕ ਸੀ। ਹਾਂਜੀ। ਇਹਦੀ ਬਦਲੀ ਨਹੀਂ ਸੀ ਹੋ ਸਕਦੀ ਜੀ। ਬਿਲਕੁਲ। ਮੈਂ ਆਪਣੀ ਕਰਾ ਕੇ ਇੱਥੇ ਆ ਗਿਆ। ਇਹ ਮੇਰਾ ਸ਼ੁਰੂਆਤ ਸੀ ਇੱਥੇ ਰਹਿਣ ਦਾ। ਯਾਨੀ ਕਿ ਲਾਈਫ ਪਾਰਟਨਰ ਦੇ ਨਾਲ ਆਪਾਂ ਜ਼ਿੰਦਗੀ ਜਿਹੜੀ ਹੈਗੀ ਆ ਉਦੋਂ ਤੋਂ ਸ਼ੁਰੂ ਕਰ ਲਈ ਤੇ ਉਸ ਤੋਂ ਬਾਅਦ ਰਹਿਣ ਬਸੇਰਾ ਹੀ ਇੱਥੇ ਕਰ ਲਿਆ। ਇਹ ਇੱਕ ਚੰਗੇ ਇੱਕ ਜਿਹੜੀ ਹੈਗੀ ਆ ਲਾਈਫ ਪਾਰਟਨਰ ਦੀ ਜਿਹੜੀ ਹੈਗੀ ਆ ਮੇਨ ਜਿਹੜੀ ਹੈ ਕਹਿ ਸਕਦੇ ਆ ਉਹਦੇ ਇੱਕ ਮੁਬਾਰਕਬਾਦ ਤੁਹਾਨੂੰ ਦੇ ਸਕਦੇ ਆ ਇਸ ਚੀਜ਼ ਦੇ ਲਈ। ਥੈਂਕ ਯੂ ਥੈਂਕ ਯੂ। ਇਹਦੇ ਵਿੱਚ ਅਰਵਿੰਦ ਜਿਹੜੀ ਬਹੁਤ ਇੰਪੋਰਟੈਂਟ ਗੱਲ ਹੈ ਵੀ ਹੁਸ਼ਿਆਰਪੁਰ ਨੂੰ ਮੈਂ ਅਪਣਾਇਆ ਇਸ ਗੱਲ ਲਈ ਜੀ ਕਿਉਂਕਿ ਹੁਸ਼ਿਆਰਪੁਰ ਜਿਹੜਾ ਹੈ ਉਹ ਦੋ ਗੱਲਾਂ ਕਰਕੇ ਬੈਸਟ ਰਹਿਣਾ ਜੀ। ਇੱਕ ਹਵਾ ਦੇ ਪੱਖ ਤੋਂ ਇੱਥੇ ਬੈਸਟ ਰਹਿਣੀ ਕਿਉਂਕਿ ਇੱਥੇ ਸਭ ਤੋਂ ਵੱਧ ਵੈਜੀਟੇਸ਼ਨ ਆ ਪੰਜਾਬ ਵਿੱਚ। ਬਿਲਕੁਲ। ਦੂਸਰਾ ਇੱਥੇ ਦਾ ਪਾਣੀ ਸ਼ੁੱਧ ਰਹਿਣਾ ਕਿਉਂਕਿ ਨੈਚੁਰਲ ਟੋਪੋਗ੍ਰਾਫੀ ਦੇ ਵਿੱਚ ਇਹ ਪੰਜਾਬ ਦੇ ਵਿੱਚ ਸਭ ਤੋਂ ਉੱਚੀ ਥਾਂ ਦੇ ਉੱਤੇ ਆ ਤੇ ਇੱਥੇ ਜਿਹੜਾ ਪਾਣੀ ਉੱਪਰੋਂ ਆ ਰਿਹਾ ਵਾ ਪਹਾੜ ਤੋਂ, ਹਾਂਜੀ, ਉਹ
ਸਾਫ਼ ਪਾਣੀ ਇੱਥੇ ਹੀ ਰਹਿਣਾ, ਅੱਗੇ ਗੰਦਾ ਹੁੰਦਾ ਜਾਣਾ। ਜੀ ਜੀ ਜੀ, ਇਸੇ ਦਾ ਨਤੀਜਾ ਅਸੀਂ ਦਰਸ਼ਕ ਵੀਰੋ ਤੁਹਾਨੂੰ ਦੱਸ ਸਕਦੇ ਹਾਂ ਕਿ ਕਿਤੇ ਨਾ ਕਿਤੇ ਜਾ ਕੇ ਜਿਹੜਾ ਬਠਿੰਡਾ ਜਿਹੜਾ ਹੈਗਾ ਆ ਉਹ ਐਸੀ ਜ਼ੋਨ ਦੇ ਤਹਿਤ ਹੀ ਆ ਰਿਹਾ ਆ, ਤੇ ਰੀਚਾਰਜੇਬਿਲਟੀ ਜਿਹੜੀ ਹੈਗੀ ਆ ਬਹੁਤ ਘੱਟ ਆ, ਤੇ ਵਾਟਰ ਦਾ ਜਿਹੜਾ ਹੈਗਾ ਵਿੱਚੋਂ ਜਿਹੜਾ ਧਰਤੀ ਜੋ ਕਿਤੇ ਕਿਤੇ ਕੱਢਣਾ ਬਹੁਤ ਵੱਧ ਰਿਹਾ ਹੈ। ਤੇ ਦਰਸ਼ਕ ਵੀਰੋ ਅਸੀਂ ਹੁਣ ਸਾਂਝ ਪਾਉਂਦੇ ਹਾਂ ਕਿ ਡਾਕਟਰ ਸਾਹਿਬ ਤੁਸੀਂ ਜਿਹੜਾ ਹੈਗਾ ਆ ਐਗਰੀਕਲਚਰ ਅਰਥ ਸ਼ਾਸਤਰ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਹੈਗੀ ਆ ਮਹਾਰਤ ਹਾਸਲ ਕੀਤੀ ਆ, ਕਿ ਜਿਹੜਾ ਤੁਸੀਂ ਨੇ ਜਿਹੜੀ ਹੈਗੀ ਸੇਵਾ ਜਿਹੜੀ ਆ ਇਸ ਵੇਲੇ ਜਿਹੜੀ ਆਪਣੀ ਸਰਵਿਸ ਹੈ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਦਿੱਤੀ ਹੈ। ਮੈਂ ਜਿੱਦਾਂ ਤੁਹਾਡੇ ਨਾਲ ਜ਼ਿਕਰ ਕਰ ਰਿਹਾ ਕਿਉਂਕਿ ਵਿਦਿਆ ਆਪਣੀ ਡਿਗਰੀ ਕੀਤੀ ਸੀ, ਡਿਗਰੀ ਨੂੰ ਅਧੂਰੀ ਸਮਝਦਾ ਸੀ ਜੀ। ਡਿਪਾਰਟਮੈਂਟ ਐਗਰੀਕਲਚਰ ਦੇ ਵਿੱਚ ਇੱਕ ਸਕੀਮ ਇੱਦਾਂ ਦੀ ਆਈ T&V ਦੇ ਵਿੱਚ, ਜਿਹੜੀ ਕੋਈ ਸਟੇਟਸ ਐਲੀਵੇਸ਼ਨ ਕਰਨਾ, ਐਜੂਕੇਸ਼ਨ ਐਲੀਵੇਸ਼ਨ ਕਰਨੀ ਹੈ ਜੀ। ਤੇ ਮੈਂ ਤੁਹਾਨੂੰ ਦੱਸ ਕੇ ਮੈਨੂੰ ਖੁਸ਼ੀ ਵੀ ਹੋ ਰਹੀ ਆ ਜੀ ਕਿ ਮੇਰੀ 19 ਸਾਲ ਦੀ ਨੌਕਰੀ ਉਦੋਂ ਹੋ ਚੁੱਕੀ ਸੀ ਜਦੋਂ ਮੈਂ MSc ਐਗਰੀਕਲਚਰ ਦੇ ਵਿੱਚ ਦਾਖਲਾ ਰਿਹਾ ਜਾ ਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ। ਯਾਨੀ ਕਿ ਸਿੱਖਣ ਦੀ ਉਮਰ ਕੋਈ ਨਹੀਂ, ਲਗਨ ਹੋਣੀ ਚਾਹੀਦੀ ਹੈ, ਕੋਈ ਚੀਜ਼ ਮੁਸ਼ਕਲ ਨਹੀਂ, ਅੱਗੇ ਵਧਣ ਦੀ ਲਗਨ ਹੋਣੀ ਚਾਹੀਦੀ ਹੈ। ਬਿਲਕੁਲ। ਇਹਦੇ ਹੁਣ ਤੋਂ ਜਿਹੜੀ ਉਹ ਉਚੇਰੀ ਵਿਦਿਆ ਦੀ ਗੱਲ ਹੋ ਰਹੀ ਹੈ ਜੀ, ਉਚੇਰੀ ਵਿਦਿਆ, ਕਿਉਂਕਿ ਮੇਰਾ ਜਿਹੜਾ ਉਹ ਬੇਸਿਕਲੀ ਐਗਰੋਨੋਮੀ ਸਬਜੈਕਟ ਸੀ ਡਿਗਰੀ ਵਿੱਚ, ਲੇਕਿਨ ਮੈਨੂੰ ਐਗਰੀਕਲਚਰ ਇਕਨੋਮਿਕਸ ਵਿੱਚ ਜਾਣਾ ਪਿਆ। ਉਹ ਐਗਰੀਕਲਚਰ ਇਕਨੋਮਿਕਸ ਵਿੱਚ ਮੈਨੂੰ ਇੱਕ ਪ੍ਰੋਬਲਮ ਆਉਣੀ ਸੀ ਮੈਥਮੈਟਿਕਸ ਦੀ, ਪੁੱਛਿਆ ਉਹਨੇ ਜੀ, ਤੇ ਮੈਂ ਉਹਦੇ ਵਾਸਤੇ ਫਿਰ ਜਿਹੜੀ ਸਪੈਸ਼ਲ ਟਿਊਸ਼ਨ ਵੀ ਰੱਖਦਾ ਰਿਹਾ ਜੀ, ਤਾਂ ਜੋ ਮੈਂ ਮੈਥਮੈਟਿਕਸ ਨੂੰ ਅਪਡੇਟ ਕਰ ਸਕਾਂ ਜੀ। ਔਰ ਮੈਨੂੰ ਇਹ ਦੱਸ ਕੇ ਵੱਧ ਖੁਸ਼ੀ ਵੀ ਹੋ ਰਹੀ ਹੈ ਜੀ ਵੀ MSc ਐਗਰੀਕਲਚਰ ਦੀ ਮੈਂ ਆਪਣੀ ਡਿਗਰੀ ਜਿਹੜੀ ਹੈ ਉਹ ਵਿਦ ਕ੍ਰੈਡਿਟ ਆਨਰੇਬਲੀ ਔਰ ਵਾਈਸ ਚਾਂਸਲਰ ਤੋਂ ਅਵਾਰਡ ਲੈ ਕੇ ਤੇ ਮੈਂ ਆਪਣੀ ਪੂਰੀ ਕੀਤੀ, ਔਰ ਸਮੇਂ ਤੋਂ ਪਹਿਲਾਂ ਪੂਰੇ ਸਮੇਂ ਦੇ ਵਿੱਚ। ਔਰ ਮੈਨੂੰ ਇਹ ਖੁਸ਼ੀ ਆ ਕਿ ਉਦੋਂ ਸ਼ਾਇਦ 19 ਸਟੂਡੈਂਟਸ ਦਾ ਇੱਕ ਬੈਚ ਸੀ ਜਿਹੜੇ ਇਨ ਸਰਵਿਸ ਗਏ ਸੀ, ਉਹਦੇ ਵਿੱਚ ਮੈਂ ਹੀ ਸਭ ਤੋਂ ਪਹਿਲਾਂ ਡਿਗਰੀ ਕਰਕੇ ਆਉਣ ਵਾਲਾ ਸੀ ਜੀ। ਯਾਨੀ ਕਿ ਉਸ ਤੋਂ ਬਾਅਦ ਤੁਸੀਂ ਐਗਰੀਕਲਚਰ ਸਰਵਿਸਿਜ਼ ਵੱਲ ਵਧੇ, ਤੇ ਉਸ ਤੋਂ ਬਾਅਦ ਡਾਕਟਰ ਸਾਹਿਬ ਸਾਨੂੰ ਇਹ ਦੱਸੋ ਕਿ ਤੁਹਾਡੀ ਜਿਹੜੀ ਹੈਗੀ ਆ ਪਹਿਲੀ ਜੁਆਇਨਿੰਗ ਜਿਹੜੀ ਐਜ਼ ਏ ਐਗਰੀਕਲਚਰ ਆਫਿਸਰ ਜਿਹੜੀ ਹੈਗੀ ਆ ਕਿਸ ਏਰੀਏ ਦੇ ਵਿੱਚ ਹੋਈ, ਤੇ ਉਹਦੇ ਦੌਰਾਨ ਜਿਹੜੀਆਂ ਹੈਗੀਆਂ ਆ ਕਿਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਤੁਸੀਂ ਜਿਹੜੀਆਂ ਹੈਗੀਆਂ ਆਪਣੀਆਂ ਜਿਹੜੀਆਂ ਪ੍ਰਾਪਤੀਆਂ ਜਿਹੜੀਆਂ ਕਹਿ ਸਕਦੇ ਆ ਕਿ ਪ੍ਰਾਪਤੀਆਂ ਤੋਂ ਪਹਿਲਾਂ ਮੈਂ ਇੱਕ ਵਾਰੀ ਜ਼ਰੂਰ ਤੁਹਾਡੇ ਨਾਲ ਇੱਕ ਵਾਰ ਸਾਂਝ ਪਾਵਾਂਗੇ ਡਾਕਟਰ ਸਾਹਿਬ ਨੇ ਕਿਹੜੇ ਇਲਾਕੇ ਦੇ ਵਿੱਚ ਇਹਨਾਂ ਨੇ ਆਪਣੀ ਜਿਹੜੀ ਹੈਗੀ ਹੈ ਸਰਵਿਸ ਕੀਤੀ। ਪਰ ਮੈਂ ਜ਼ਰੂਰ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਇਲਾਕੇ ਵਿੱਚ ਸਰਵਿਸ ਕੀਤੀ ਆਪਾਂ ਫੀਡਬੈਕ ਲੈਂਦੇ ਰਹਿੰਦੇ ਆ, ਉਹਦੇ ਵਿੱਚ ਜਿੰਨੇ ਕਿਸਾਨ ਨੇ ਡਾਕਟਰ ਸਾਹਿਬ ਨਾਲ ਇੱਕ ਤਾਂ ਪਰਸਨਲੀ ਬਹੁਤ ਸਾਰੇ ਕੰਟੈਕਟ ਵਿੱਚ ਨੇ, ਤੇ ਤੁਸੀਂ ਇਹ ਦੇਖੋ ਵੀ ਉਸ ਵੇਲੇ ਦਾ ਜਿਹੜਾ ਕੰਟੈਕਟ ਅੱਜ ਤੱਕ ਜਿਹੜਾ ਚੱਲਣਾ ਆ ਇਹ ਕਿਤੇ ਨਾ ਕਿਤੇ ਤੁਹਾਨੂੰ ਇਹ ਜ਼ਰੂਰ ਦੱਸਦਾ ਪਿਆ ਕਿ ਕਿਸ ਤਰ੍ਹਾਂ ਦੀ ਜਿਹੜੀ ਸ਼ਖਸੀਅਤ ਨਾਲ ਅਸੀਂ ਤੁਹਾਡੇ ਨਾਲ ਜ਼ਰੂਰ ਕਰਵਾ ਰਹੇ ਹਾਂ। ਤੇ ਡਾਕਟਰ ਸਾਹਿਬ ਸਾਨੂੰ ਇਹ ਦੱਸੋ ਕਿ ਤੁਹਾਡੀ ਜਿਹੜੀ ਪਹਿਲੀ ਜਿਹੜੀ ਹੈਗੀ ਆ ਕਿੱਥੇ ਹੋਈ? 1980 ਚ ਇੱਥੇ ਹੁਸ਼ਿਆਰਪੁਰ ਆਇਆ ਸੀ ਜੀ। 1980 ਦੇ ਵਿੱਚ ਮੈਂ ਭੁੰਗੇ ਤੋਂ ਆਪਣੀ ਜੌਬ ਸ਼ੁਰੂ ਕੀਤੀ ਹੈ ਜੀ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜੀ, ਔਰ ਉੱਥੇ ਮੈਂ ਫੀਲਡ ਵਰਕ ਜਿਹੜਾ ਕੀਤਾ ਉਦੋਂ ਮੇਰੇ ਕੋਲ ਤੇ ਕੋਈ ਵਹੀਕਲ ਵੀ ਨਹੀਂ ਸੀ ਹੁੰਦੇ, ਬਹੁਤ ਪੁਰਾਣੀ ਗੱਲ ਆ। ਸਾਈਕਲ ਤੇ ਮੈਂ ਕੋਈ ਬਰੂਈ ਤੱਕ ਜੀ, ਮਨੋਤਿਆਂ ਤੱਕ ਜੀ, ਢੋਲ ਬਾਹੇ ਤੋਂ ਬਾੜੀ ਖੱਟ ਤੱਕ ਇਹਨਾਂ ਪਿੰਡਾਂ ਤੱਕ ਜਿਹੜੀ ਆ ਪਹਾੜ ਦੇ ਵਿੱਚ ਜਾ ਕੇ ਸਾਈਕਲ ਦੇ ਉੱਤੇ ਮੈਂ ਜੌਬ ਕਰਦਾ ਰਿਹਾ, ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਸ ਵੇਲੇ ਸਮਾਂ ਵੀ ਜਵਾਨੀ ਦਾ ਸੀ ਜੀ, ਤੇ ਉਸ ਲਿਹਾਜ਼ ਨਾਲ ਮੈਂ ਕੰਮ ਕੀਤਾ। ਹਾਂ, ਇਹ ਜ਼ਰੂਰ ਆ ਵੀ ਕਿਸਾਨਾਂ ਦੇ ਨਾਲ ਸੰਪਰਕ ਮੇਰੇ ਜਿਹੜੇ ਆ ਉਹ ਇਦਾਂ ਦੇ ਵਧੀਆ ਰਹੇ, ਉਹ ਡਿਵੈਲਪਮੈਂਟ ਦਾ ਫੇਜ਼ ਸੀ ਜੀ। ਉਹ ਕਿਸਾਨ ਜਿਹੜੇ ਉਹਨਾਂ ਨੂੰ ਸਾਡੇ ਕੋਲ ਜਿਹੜੀਆਂ ਇਦਾਂ ਦੀਆਂ ਸਕੀਮਾਂ ਸੀ ਗਵਰਨਮੈਂਟ ਦੀਆਂ ਜਿਹੜੀਆਂ ਕਿਸਾਨਾਂ ਦੇ ਨਾਲ ਸ਼ੇਅਰ ਕਰਨੀਆਂ, ਕਿਸਾਨਾਂ ਨੂੰ ਦੇਣੀਆਂ, ਤੇ ਕਿਸਾਨਾਂ ਨਾਲ ਸੰਬੰਧ ਰਹਿੰਦਾ ਸੀ। ਦਰਸ਼ਕ ਵੀਰੋ, ਸਾਡੇ ਨਾਲ ਜਿਹੜੇ ਅੱਜ ਦੇ ਮਾਹਿਰ ਨੇ ਇਹਨਾਂ ਨੇ ਐਗਰੀਕਲਚਰ ਦੇ ਵਿੱਚ ਸਰਵਿਸ ਕੀਤੀ ਹੈ, ਤੇ ਸਰਵਿਸ ਦੇ ਵਿੱਚ ਐਗਰੀਕਲਚਰ ਜਿਹੜਾ ਡਿਪਾਰਟਮੈਂਟ ਆ ਬਹੁਤ ਇੰਪੋਰਟੈਂਟ ਜਿਹੜਾ ਰੋਲ ਅਦਾ ਕਰ ਰਿਹਾ ਆ, ਖਾਸ ਕਰਕੇ ਕਿਸਾਨੀ ਨੂੰ ਬਚਾਉਣ ਦੇ ਲਈ। ਹੁਣ ਕ੍ਰਾਈਸਿਸ ਜਿਹੜਾ ਹੈਗਾ ਕਿਸਾਨੀ ਦੇ ਵਿੱਚ ਬਹੁਤ ਹੀ ਜ਼ਿਆਦਾ ਘਾਤਕ ਆ ਰਿਹਾ ਆ, ਉਸ ਵੇਲੇ ਵੀ ਆ ਰਿਹਾ ਹੋਵੇਗਾ, ਤੇ ਅਸੀਂ ਉਸ ਵੇਲੇ ਵੀ ਜਿਹੜੀ ਅਸੀਂ ਜ਼ਰੂਰ ਇੱਕ ਵਾਰੀ ਸਾਂਝ ਪਾਵਾਂਗੇ। ਤੇ ਡਾਕਟਰ ਸਾਹਿਬ ਸਾਨੂੰ ਇਹ ਦੱਸੋ ਕਿ ਉਸ ਟਾਈਮ ਦੇ ਵਿੱਚ ਵੀ ਕਿਸਾਨਾਂ ਦੀਆਂ ਇਹੋ ਜਿਹੀਆਂ ਪ੍ਰੋਬਲਮ ਸੀ ਜਾਂ ਅੱਜ ਦੀਆਂ ਜਿਹੜੀਆਂ ਪ੍ਰੋਬਲਮ ਆ ਉਹ ਕਿਤੇ ਨਾ ਕਿਤੇ ਇੱਕ ਇੰਟਰਕਨੈਕਟ ਤਾਂ ਨਹੀਂ ਗਈਆਂ? ਕੁਝ ਗੱਲਾਂ ਤੇ ਬਿਲਕੁਲ ਉਹੀ ਨੇ ਜਿਹੜੀਆਂ ਉਦੋਂ ਵੀ ਉਹੀ ਉੱਦਾਂ ਦੀਆਂ ਸੀ, ਹੁਣ ਵੀ ਉਹੀ ਨੇ, ਪਰ ਜਿਹੜੀ ਹੁਣ ਬਹੁਤ ਐਗਰੀਵੇਟ ਹੋ ਰਹੀ ਗੱਲ, ਬਹੁਤ ਬੁਰੀ ਅਵਸਥਾ ਚਲੇਗੀ, ਉਹ ਚਲੇਗੀ ਪਾਣੀ ਦੀ ਘਾਟ ਦੀ ਜੀ। ਔਰ ਦੂਸਰੀ ਜਿਹੜੀ ਹੈਗੀ ਆ ਜਿਹੜਾ ਜ਼ਹਿਰੀ ਪ੍ਰਦੂਸ਼ਣ ਹੈ ਜੀ, ਉਹ ਵੱਧ ਗਿਆ, ਕਿਉਂਕਿ ਜ਼ਹਿਰਾਂ ਦਾ ਜਿਹੜਾ ਪ੍ਰਕੋਪ ਸੀ ਉਹਦਾ ਬਹੁਤ ਗਲਤ ਵੀ ਵਰਤੋਂ ਹੋਈ ਆ, ਕਿਸਾਨਾਂ ਨੇ ਕੀਤੀ, ਉਹਦਾ ਇਫੈਕਟ ਵੀ ਹੋਇਆ। ਹਾਂ, ਅੱਜ ਉਹ ਸਮੱਸਿਆਵਾਂ ਜਿਹੜੀਆਂ ਹੈਗੀਆਂ
ਹੋਰ ਬੁਰੀ ਤਰ੍ਹਾਂ ਅੱਗੇ ਮੁਰੇ ਆ ਰਹੀਆਂ ਸਾਡੇ ਕੋਲ। ਅਸੀਂ ਉਹਨਾਂ ਸਮੱਸਿਆਵਾਂ ਦਾ ਹੱਲ ਕਰਨ ਵੱਲ ਅੱਗੇ ਵਧਣਾ ਹੀ ਹੈ। ਉਸ ਵੇਲੇ ਦੀਆਂ ਜਿਹੜੀਆਂ ਮੁਸ਼ਕਲਾਂ ਸੀਗੀਆਂ ਕਿ ਉਹ ਵੀ ਇਸੇ ਤਰ੍ਹਾਂ ਦੀਆਂ ਮੁਸ਼ਕਲਾਂ ਸੀਗੀਆਂ ਜਿਹੜੀਆਂ ਅੱਜ ਦੀਆਂ ਜਿੱਦਾਂ ਸੀਗੀਆਂ, ਤੁਸੀਂ ਇਹਦੇ ਬਾਰੇ ਸਾਨੂੰ ਦੱਸ ਦਿੱਤਾ। ਤੇ ਡਾਕਟਰ ਸਾਹਿਬ ਸਾਨੂੰ ਇਹ ਦੱਸੋ ਕਿ ਉਹਨਾਂ ਦਾ ਹੱਲ ਕਿਸ ਤਰ੍ਹਾਂ ਤੁਸੀਂ ਕਰਦੇ ਪਏ ਸੀਗੇ? ਦੇਖੋ ਉਸ ਵੇਲੇ ਵੀ ਸਮੱਸਿਆਵਾਂ ਇੱਦਾਂ ਦੀਆਂ ਸੀਗੀਆਂ। ਮੈਂ ਕੁਝ ਐਗਜ਼ਾਮਪਲਸ ਕੋਟ ਕਰਨੀਆਂ ਚਾਹੂੰਗਾ। ਜੀ ਬਿਲਕੁਲ। ਤੇ ਕਿਉਂਕਿ ਮੈਂ ਬਹੁਤ ਲੰਬਾ ਸਮਾਂ ਟ੍ਰੇਨਿੰਗ ਨਾਲ ਜੁੜਿਆ ਰਿਹਾ। ਟ੍ਰੇਨਿੰਗ ਦੇ ਵਿੱਚ ਕਿਸਾਨਾਂ ਨੂੰ ਜਿਹੜੀ ਟ੍ਰੇਨਿੰਗ ਦੇਣੀ ਇਹ ਮੇਰਾ ਕੰਮ ਰਿਹਾ ਜੀ। ਮੁਕੇਰੀਆਂ ਲਾਗੇ ਇੱਕ ਪਿੰਡ ਹੈ ਖਾਨਪੁਰ ਜੀ, ਉੱਥੇ ਇੱਕ ਸਾਡਾ ਟ੍ਰੇਨਿੰਗ ਕੈਂਪ ਲੱਗਾ ਸੀਗਾ ਤੇ ਉਹ ਲੇਡੀਜ਼ ਦਾ ਵੀ ਗਰੁੱਪ ਸੀਗਾ ਜਿਹਦੇ ਵਿੱਚ ਸਵਾਲ ਕਰਦੇ ਹੋ ਜੀ। ਉਹ ਲੇਡੀਜ਼ ਗਰੁੱਪ ਨੇ ਇੱਕ ਲੇਡੀ ਨੇ ਸਵਾਲ ਕੀਤਾ ਮੈਨੂੰ ਵੀ ਸਾਡੇ ਜਿਹੜੇ ਬੈਂਗਣ ਆ ਉਹਨਾਂ ਦੀਆਂ ਟਾਹਣੀਆਂ ਸੁੱਕਦੀਆਂ, ਉਹਦਾ ਹੱਲ ਦੱਸੋ ਕੋਈ ਜੀ। ਤੇ ਮੈਂ ਜਸਟ ਉਹਨੂੰ ਪੁੱਛਿਆ ਬੀਬੀ ਜੀ ਤੁਸੀਂ ਫਿਰ ਉਹਦੇ ਜਿਹੜੇ ਮੁੱਢਾਂ ਦੇ ਵਿੱਚ ਇੱਕ ਜ਼ਹਿਰ ਪਾਈ ਹੋਈ ਆ, ਜ਼ਹਿਰ ਤਰੀਨ ਵਿੱਚ ਦਵਾਈਆਂ ਕਹਿੰਦੇ ਅਸੀਂ ਵੀ ਦਵਾਈ ਪਾਈ ਹੋਈ ਆ, ਸਪਰੇਅ ਵੀ ਤੁਸੀਂ ਬਹੁਤ ਕੀਤੇ ਹੋਏ ਆ, ਹਾਂਜੀ, ਵੀ ਕਦੀ ਤੁਸੀਂ ਆਪ ਵੀ ਬੈਂਗਣ ਕਦੀ ਖਾਧੇ? ਤੇ ਉਹ ਮੈਨੂੰ ਇਹ ਕਹਿੰਦੇ ਵੀ ਨਾ ਵੀਰਾ ਨਾ ਜੀ, ਮੈਂ ਬੈਂਗਣ ਨਹੀਂ ਖਾਧੇ, ਆਪਣੇ ਖਾਣ ਵਾਸਤੇ ਹੀ ਵੱਖਰੇ ਲਾਏ ਹੋਏ ਆ। ਅੱਛਾ। ਇਹ ਸਮੱਸਿਆ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਝਿਜੋੜਿਆ ਜੀ ਵੀ ਦੇਖੋ ਕਿਸਾਨ ਦੀ ਹਾਲਤ ਇਹ ਆ ਵੀ ਜਿਹੜੀ ਕੋਈ ਚੀਜ਼ ਪੈਦਾ ਕਰ ਰਿਹਾ ਉਹ ਇਹ ਨਹੀਂ ਸੋਚ ਰਿਹਾ ਵੀ ਮੈਂ ਜਿਹੜੀਆਂ ਜ਼ਹਿਰਾਂ ਪਾ ਰਿਹਾ ਉਹ ਕਿਸੇ ਨੇ ਖਾਣੀਆਂ ਵੀ ਆ ਚੀਜ਼ਾਂ, ਤੇ ਉਹਦਾ ਉਹ ਦੇਖ ਨਹੀਂ ਰਿਹਾ। ਇਸ ਲਈ ਜ਼ਰੂਰਤ ਸੀ ਵੀ ਅਸੀਂ ਜਿਹੜੀ ਹੈ ਉਹ ਉੱਦਾਂ ਦੀ ਪੈਦਾਵਾਰ ਕਰੀਏ ਜਿਹੜੀ ਖਾਣਯੋਗ ਵੀ ਰਵੇ। ਤੇ ਖਾਣਯੋਗ ਤਾਂ ਹੀ ਰਹਿ ਸਕਦੀ ਹੈ ਜੇ ਜ਼ਹਿਰਾਂ ਦਾ ਪ੍ਰਯੋਗ ਜਿਹੜਾ ਉਹ ਅਸੀਂ ਘੱਟੋ ਘੱਟ ਤੇ ਜਿਹੜੀ ਹੋਰ ਵਿਧੀਆਂ ਜੀ ਉਹਨੂੰ ਠੀਕ ਕਰਨ ਦੀਆਂ ਉਹਨਾਂ ਵੱਲ ਧਿਆਨ ਦਈਏ। ਤੇ ਡਾਕਟਰ ਸਾਹਿਬ ਮੈਨੂੰ ਇਹ ਦੱਸੋ ਕਿ ਕਿਸਾਨ ਤਾਂ ਚਲੋ ਭਰਾ ਜਿਹੜੇ ਹੈਗੇ ਆ ਜਿਸ ਤਰ੍ਹਾਂ ਉਹਨਾਂ ਨੂੰ ਮਾਰਕੀਟ ਦੇ ਵਿੱਚ ਮਿਲਦਾ ਪਿਆ ਚੱਕ ਲੈਂਦੇ ਨੇ, ਫਿਰ ਡਿਪਾਰਟਮੈਂਟ ਇਹਨਾਂ ਚੀਜ਼ਾਂ ਤੇ ਬਹੁਤ ਸਾਰੀ ਰੋਕ ਵੀ ਲਗਾ ਰਿਹਾ ਜਿਹਦੇ ਤਹਿਤ ਹੁਣ ਵੀ ਬਹੁਤ ਸਾਰੇ ਜਿਹੜੇ ਹੈਗੇ ਆ ਕੈਮੀਕਲ ਜਿਹੜੇ ਹੈਗੇ ਆ ਬਹੁਤ ਸਾਰੇ ਕੰਟਰੋਲ ਕੀਤੇ ਆ। ਹੁਣ ਝੋਨੇ ਦਾ ਸੀਜ਼ਨ ਚੱਲਦਾ ਪਿਆ, ਬਹੁਤ ਸਾਰੇ ਕੰਟਰੋਲ ਨੇ, ਉਸ ਟਾਈਮ ਦੇ ਵਿੱਚ ਵੀ ਬੈਨ ਹੁੰਦੇ ਹੋਣਗੇ। ਤੇ ਤੁਸੀਂ ਦੋ ਪੱਖ ਤਰੀਕੇ ਨਾਲ ਕੰਮ ਕਰਦੇ ਸੀਗੇ, ਇੱਕ ਤਾਂ ਸਰਕਾਰ ਦੇ ਤੌਰ ਦੇ ਉੱਤੇ ਉਸ ਵੇਲੇ ਮੀਟਿੰਗਸ ਦੇ ਵਿੱਚ ਬਹਿਣਾ, ਬੜੇ ਐਡਮਿਨਿਸਟ੍ਰੇਟਿਵ ਦੇ ਵਿੱਚ ਤੁਸੀਂ ਉਹਨੂੰ ਰਿਪੋਰਟ ਦੇਣੀ ਤੇ ਕਿਸਾਨ ਦੇ ਨਾਲ ਵੀ ਬੈਠ ਕੇ ਉਹਨਾਂ ਨਾਲ ਡੀਲ ਕਰਨੀ। ਇਸ ਦੇ ਦੌਰਾਨ ਤੁਸੀਂ ਕਦੀ ਆਪਣੇ ਆਪ ਨੂੰ ਸਟ੍ਰੈਸ ਦੇ ਵਿੱਚ ਦੇਖਿਆ? ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਸਟ੍ਰੈਸ ਹੀ ਹੋ ਰਹੀ ਹੈ, ਕਿਉਂਕਿ ਲੈਵਲ ਹੀ ਇੱਕ ਇੱਦਾਂ ਦਾ ਸੈੱਟ ਕਰ ਦਿੱਤਾ ਕਿ ਸਟ੍ਰੈਸ ਦੀ ਇੱਕ ਨਵੀਂ ਭਾਸ਼ਾ ਆ ਗਈ। ਸੀਰੀਅਸ ਬੈਟਰ ਹੈ ਕਿਉਂਕਿ ਫਿਲਾਸਫੀਕਲ ਸਵਾਲ ਵੀ ਹੈ ਜੀ। ਸਟ੍ਰੈਸ ਕਿਉਂਕਿ ਮੈਂ ਕਿਸਾਨਾਂ ਨਾਲ ਸਿੱਧਾ ਜੁੜਿਆ ਰਿਹਾ, ਕਿਸਾਨ ਨੂੰ ਕਦੇ ਸਟ੍ਰੈਸ ਆਉਂਦੀ ਹੀ ਨਹੀਂ ਨਾ ਆ ਸਕਦੀ ਹੈ ਜੀ। ਕਿਉਂ? ਕਿਉਂਕਿ ਹਰ ਵੇਲੇ ਉਹ ਦੋ ਗੱਲਾਂ ਨਾਲ ਜੁੜਿਆ ਰਹਿੰਦਾ। ਇੱਕ ਤੇ ਉਹਨੇ ਆਪਣੀ ਜ਼ਮੀਨ ਬਾਰੇ ਜਾਂ ਆਪਣੇ ਜਿਹੜਾ ਖੇਤੀ ਦਾ ਕਿੱਤਾ ਹੈ ਉਹਦੇ ਵਿੱਚ ਫੈਸਲੇ ਕਰਨੇ ਆ, ਇਸ ਕਰਕੇ ਉਹ ਫੈਸਲੇ ਕਰਨ ਦੇ ਵਿੱਚ ਜੁੜਿਆ ਰਹਿੰਦਾ। ਦੂਸਰੇ ਉਹਨੇ ਕਿਉਂਕਿ ਰੋਜ਼ ਹੀ ਕੋਈ ਨਾ ਕੋਈ ਕੰਮ ਕਰਨਾ, ਉਹ ਸਟ੍ਰੈਸ ਤੋਂ ਮੁਕਤ ਰਹਿੰਦਾ। ਕਿਸਾਨੀ ਇੱਕ ਐਸਾ ਕਿੱਤਾ ਹੈ ਜਿਹਦੇ ਵਿੱਚ ਸਟ੍ਰੈਸ ਤੋਂ ਮੁਕਤੀ ਹੁੰਦੀ ਹੈ। ਹੁਣ ਉਹਦੇ ਵਿੱਚ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਜ਼ਹਿਰਾਂ ਦਾ ਪ੍ਰਯੋਗ ਵਧਿਆ ਤੇ ਮੈਂ ਕਿਸਾਨਾਂ ਨੂੰ ਇਹ ਗੱਲ ਲਗਾਤਾਰ ਜਿਹੜੀ ਹੈ ਉਹ ਸਮਝਾਉਂਦਾ ਪੜ੍ਹਾਉਂਦਾ ਰਿਹਾ ਵੀ ਇੱਕ ਇੰਟੈਗਰੇਟਿਡ ਪੈਸਟ ਮੈਨੇਜਮੈਂਟ ਵਿਧੀ ਹੈ ਜੀ, ਸੰਗਠਿਤ ਕੀਟ ਪ੍ਰਬੰਧ ਜੀ, ਵੀ ਅਸੀਂ ਇੱਕ ਐਸੇ ਢੰਗ ਦੇ ਨਾਲ ਕੀੜਿਆਂ ਦਾ ਪ੍ਰਬੰਧ ਕਰਨਾ। ਇੱਕ ਜਿਹੜਾ 184 ਮੇਦਨੀ ਸਭ ਸੇਵ ਕਰਨ ਦਾ ਬਹੁਤ ਜੂਨਾ ਹੈਗੀਆਂ ਜਿਹੜੀਆਂ ਉਹ ਰਹਿਣੀਆਂ ਏਦਾਂ ਜੀ। ਬਿਲਕੁਲ, ਜੀਵਨ ਚੱਕਰ ਆ ਇੱਧਰ ਰਹਿਣਾ ਬਣਿਆ ਆ ਕਿ ਉਸ ਚੱਕਰ ਦੇ ਵਿੱਚ ਫਿੱਟ ਆ ਕਿਤੇ ਨਾ ਕਿਤੇ ਉਹ ਰਹਿਣਾ, ਇੱਕ ਦੂਸਰੇ ਦੀ ਖੁਰਾਕ ਵੀ ਹੈ ਜੀ। ਬਿਲਕੁਲ, ਉਹ ਇਸ ਕਰਕੇ ਸਾਨੂੰ ਇੰਟੈਗਰੇਟਿਡ ਪੈਸਟ ਮੈਨੇਜਮੈਂਟ ਵਿੱਚ ਇਹ ਸਮਝਣਾ ਪੈਂਦਾ ਵੀ ਬਿਜਾਈ ਕਿਸ ਵੇਲੇ ਕਰੀਏ, ਜ਼ਮੀਨ ਨੂੰ ਕਿਸ ਤਰ੍ਹਾਂ ਤਿਆਰ ਕਰੀਏ, ਬੀਜ ਕਿਹੜਾ ਪਾਈਏ, ਕਿਹਨੂੰ ਬਿਮਾਰੀਆਂ ਘੱਟ ਲੱਗਦੀਆਂ, ਫਿਰ ਤੁਸੀਂ ਜਿਹੜਾ ਕਿਸ ਵੇਲੇ ਜਿਹੜੀ ਉਹ ਇੰਟਰਕਲਚਰ ਕਰਨਾ ਗੋਡੀ ਕਰਨੀ ਆ ਤਾਂ ਜੋ ਜਿਹੜੇ ਹੈਗੇ ਵਿੱਚ ਕੀੜੇ ਜਿਹੜੇ ਉਹ ਮਰ ਜਾਣ। ਫਿਰ ਅਸੀਂ ਜਿਹੜਾ ਹੈਗਾ ਲਗਾਤਾਰ ਕੀੜੇ ਤੇ ਮਿੱਤਰ ਕੀੜੇ ਇਹਨਾਂ ਦੀ ਪਛਾਣ ਕਰਦੇ ਰਹਿਣਾ ਤਾਂ ਜੋ ਸਾਡਾ ਬੈਲੈਂਸ ਬਣਿਆ ਰਵੇ। ਤੇ ਸਪਰੇਅ ਸਿਰਫ ਉਦੋਂ ਕਰਨਾ ਜਦੋਂ ਸਾਡਾ ਇੱਕ ਜਿਹਨੂੰ ਕਹਿੰਦੇ ਇਕਨੋਮਿਕ ਥ੍ਰੈਸ਼ਹੋਲਡ ਲੈਵਲ ਜੀ, ਵੀ ਜਦੋਂ ਕੀੜੇ ਗਿਣੇ ਮਿੱਤਰ ਕੀੜੇ ਦੁਸ਼ਮਣ ਕੀੜਿਆਂ ਦਾ ਇੱਕ ਪ੍ਰਪੋਰਸ਼ਨ ਆ ਜਾਵੇ ਤਾਂ ਸਪਰੇਅ ਕਰਨਾ। ਠੀਕ ਹੈ ਜੀ, ਠੀਕ ਹੈ, ਠੀਕ ਹੈ। ਦਰਸ਼ਕ ਵੀਰੋ, ਇੱਥੇ IPM ਜਿਹੜੀ ਕਿ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਦਾ ਜ਼ਿਕਰ ਹੋਇਆ। ਇਹ ਉਸ ਵੇਲੇ ਜਿਸ ਵੇਲੇ ਦੀ ਗੱਲ ਆ ਕਿ ਵਿਗਿਆਨਿਕ ਤੌਰ ਦੇ ਉੱਤੇ ਖੇਤੀਬਾੜੀ ਦੇ ਉੱਤੇ ਬਹੁਤ ਸਾਰੀਆਂ ਰਿਸਰਚਸ ਹੋ ਰਹੀਆਂ ਸੀ। ਉਸ ਵੇਲੇ ਕੈਮੀਕਲ ਵੀ ਆਇਆ ਤੇ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਵੀ ਉਸ ਵੇਲੇ ਸਾਡੇ ਜਿਹੜੇ ਹੈਗੇ ਆ ਖਾਸ ਕਰਕੇ ਪੰਜਾਬ ਰੀਜਨ ਦੇ ਵਿੱਚ ਉਸ ਵੇਲੇ ਡਾਕਟਰ ਸਾਹਿਬ ਮੈਨੂੰ ਲੱਗਦਾ ਕਿ ਦੋਨੇ ਚੀਜ਼ਾਂ ਪੈਰਲਲ ਆਈਆਂ। ਪਰ ਕਿਤੇ ਨਾ ਕਿਤੇ ਕੈਮੀਕਲ ਨੇ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਦਾ ਜਿਹੜਾ ਸਿਸਟਮ ਸੀ ਉਹਨੂੰ ਬਹੁਤ ਹੀ ਜ਼ਿਆਦਾ ਦੱਬ ਲਿਆ। ਪਰ ਦੇਖਿਆ ਜਾਵੇ ਕਿ ਇੱਕ
ਇਨਸਾਨੀਅਤ ਦੇ ਤੌਰ ਦੇ ਉੱਤੇ ਦੇਖਿਆ ਜਾਏ ਕਿ ਮਨੁੱਖਤਾ ਦੀ ਸੋਚ ਵੱਲ ਸੋਚਿਆ ਜਾਵੇ ਤੇ ਇੰਟੀਗ੍ਰੇਟਡ ਪੈਸਟ ਮੈਨੇਜਮੈਂਟ ਬੈਸਟ ਟੈਕਨੀਕ ਸੀ ਤੇ ਹੈ ਵੀ। ਤੇ ਇਸੇ ਤਹਿਤ ਡਾਕਟਰ ਸਾਹਿਬ ਅਸੀਂ ਤੁਹਾਡੇ ਕੋਲ ਪੁੱਛਣਾ ਚਾਹੁੰਦੇ ਹਾਂ ਕਿ ਉਸ ਟਾਈਮ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਤੁਹਾਨੂੰ ਆਈਆਂ ਹੋਣਗੀਆਂ ਕਿ ਉਸ ਸਿਸਟਮ ਨੂੰ ਕਿਸਾਨਾਂ ਤੱਕ ਲੈ ਕੇ ਜਾਣ ਦਾ, ਤੇ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਕਿ ਉਸ ਵੇਲੇ ਤੁਹਾਡੇ ਤੱਕ ਕਿੱਦਾਂ ਆਇਆ ਇਹ ਸਿਸਟਮ ਤੇ ਤੁਸੀਂ ਉਸ ਨੂੰ ਕਿਸਾਨਾਂ ਤੱਕ ਕਿਸ ਤਰ੍ਹਾਂ ਲੈ ਕੇ ਗਏ? देखो अरविंद ना एक चैलेंज है बिल्कुल जी, और मैं समझदा कि मैं अपना एक चैलेंज एक्सेप्ट किया कि एक मुकाबला चल रहा वा इंसैक्टीसाइड कंपनियां दा ते इंटैग्रेटेड पेस्ट मैनेजमेंट दा। इंटैग्रेटेड पेस्ट मैनेजमेंट जिहड़ी है ये कोई नवीं गल नहीं है भाजी, क्योंकि बहुत लंबे समय तो ये चल रही है। जदों तो असीं आज़ाद होए हैं लगभग उदों तो इन्हां दा एक सेंटर पंजाब दा इत्थे जलंधर दे विच, और क्योंकि सारा ही जोर जिहड़ा है वो कैमिकल कंट्रोल ते है जी, इंसैक्टीसाइड दे उत्ते है, जहरां दे उत्ते है। इस करके पंजाब दे विच इक्को एक यूनिट रहा जलंधर दे विच, अगे वो वधिया ही नहीं। ये दुख की गल सी जी। मैं एक सैमीनार अटेंड किया सीगा चंडीगढ़ जी, ते उहदे विचों फिर मैं लर्न करके आया भी क्योंकि जे मुकाबला करना है जी ते फिर सानू इंटैग्रेटेड पेस्ट मैनेजमेंट जिहड़ी है ਉਹਨੂੰ ਕਿਸਾਨਾਂ ਦੇ ਵਿੱਚ ਵੱਧ ਪ੍ਰਚਾਰਿਤ ਕਰਨਾ ਚਾਹੀਦਾ। ਤੇ ਮੈਂ ਆਪਣੇ ਤੌਰ ਦੇ ਉੱਤੇ ਮੇਰਾ ਸੋ ਮੋਟੋ ਹੀ ਆਪਣੇ ਤੌਰ ਦੇ ਉੱਤੇ ਫੈਸਲਾ ਸੀ ਕਿ ਮੈਂ ਕਿਉਂ ਟਿਕੇ ਟ੍ਰੇਨਿੰਗ 'ਚ ਮੈਂ ਐਜੂਕੇਸ਼ਨ ਵੱਧ ਦੇਣੀ ਹੈ ਕਿਸਾਨਾਂ ਨੂੰ ਵੀ, ਸਟਾਫ ਨੂੰ ਵੀ, ਤੇ ਮੈਂ ਇੰਟੈਗਰੇਟਡ ਪੈਸਟ ਮੈਨੇਜਮੈਂਟ ਦੀ ਗੱਲ ਕਰਾਂ ਜੀ। ਇਸ ਕੰਮ ਲਈ ਮੈਂ ਜਿਹੜਾ ਨਾ ਵਿਸ਼ੇਸ਼ ਤੌਰ ਦੇ ਉੱਤੇ ਫਿਰ ਇੱਕ ਚਾਰਟ ਬਣਾਇਆ ਜੀ। ਉਦੋਂ ਤੇ ਫਲੈਕਸ ਸਿਸਟਮ ਨਹੀਂ ਸੀ ਆਇਆ ਜੀ, ਬਿਲਕੁਲ, ਤੇ ਉਹ ਆਰਟਿਸਟ ਕੋਲੋਂ ਹੀ, ਆਰਟਿਸਟ ਕੋਲੋਂ ਇੱਕ ਚਾਰਟ ਬਣਾਇਆ। वो फिर मैं डिस्पले किया दफ्तर दे विच, अपनी ट्रेनिंगां विच डिस्पले करना भी किस तरह असीं पानी लाउण वेले ख्याल रखना, किस तरह जानवर जिहड़े आ वो साडे मित्र ने वो कीड़ियां नूं किदां चकदे ने। फिर एक बहुत वड्डी गल जिहड़ी इंपॉर्टेंट है, अजकल झोने दा सीजन है, मकड़ी है हाँ जी, मकड़ियां बहुत मकड़ियां ਜਿਹੜੀਆਂ ਮੱਕੜੀਆਂ ਸਾਡੇ ਮਿੱਤਰ ਕੀੜਿਆਂ ਦੇ ਤੌਰ ਤੇ ਕੰਮ ਕਰਦੀਆਂ ਤੇ ਉਹ ਅਸੀਂ ਸ਼ੁਰੂ ਜਦੋਂ ਮੈਂ ਨੌਕਰੀ 'ਚ ਆਇਆ ਉਦੋਂ ਇਹ ਕਹਿੰਦੇ ਸੀ ਕਿ ਝੋਨੇ ਦੇ ਵਿੱਚ ਕਿਸੇ ਜ਼ਹਿਰ ਦੇ ਸਪਰੇਅ ਦੀ ਲੋੜ ਨਹੀਂ ਜੀ, ਆਪਣੇ ਆਪ ਕੰਟਰੋਲ ਹੁੰਦਾ ਜਾਂਦਾ। ਲੇਕਿਨ ਟੈਕਨੋਲੋਜੀ ਨੇ ਇੱਥੋਂ ਤੱਕ ਲੈ ਆਂਦਾ ਵੀ ਹੁਣ ਸਪਰੇਅ ਤੋਂ ਬਗੈਰ ਗੁਜ਼ਾਰਾ ਨਹੀਂ ਚੱਲਦਾ, ਔਰ ਇਹ ਮਾੜੀ ਗੱਲ ਹੋਈ ਹੈ, ਚੰਗੀ ਗੱਲ ਨਹੀਂ ਹੋਈ ਜੀ। ਬਿਲਕੁਲ ਸਾਡੇ ਜਿਹੜੇ ਹੈਗੇ ਆ ਅਨਾਜ ਹੈ, ਅਨਾਜ ਦੇ ਵਿੱਚ ਰੈਜ਼ੀਡੂਅਲ ਇਫੈਕਟ ਵੀ ਜ਼ਹਿਰਾਂ ਦੇ ਆ ਰਿਹਾ, ਇਸੇ ਕਰਕੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਸਾਡੇ ਅਨਾਜ ਨੂੰ ਲੈਣ ਵਾਲੇ ਨਹੀਂ ਹਨ। ਇਸ ਲਈ ਸਾਨੂੰ ਲੋੜ ਬਣਦੀ ਆ ਵੀ ਅਸੀਂ ਜਿਹੜੇ ਆ ਇੱਕ ਇਦਾਂ ਦੇ ਪ੍ਰਬੰਧ ਦੀ ਜ਼ੋਰ ਲਾ ਕੇ ਕੰਮ ਕਰੀਏ, ਤੇ ਮੈਂ ਉਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਕਰਕੇ ਕਿਸਾਨਾਂ ਨੂੰ ਪੜ੍ਹਾ ਸਕੇ ਆ ਜਿੰਨਾ ਕੁ ਉਹ ਤੁਸੀਂ ਤੁਹਾਡੇ ਨਾਲ ਵੀ ਗੱਲਾਂ ਹੋਈਆਂ ਇਦਾਂ ਦੀਆਂ। ਮੈਨੂੰ ਇਹ ਗੱਲ ਦੱਸ ਕੇ ਵੀ ਤੁਹਾਨੂੰ ਖੁਸ਼ੀ ਹੋ ਰਹੀ ਹੈ ਕਿ ਕਿਸਾਨਾਂ ਦੇ ਨਾਲ ਜਿਹੜਾ ਸਿੱਧਾ ਸੰਬੰਧ ਹੈ ਔਰ ਸਰਕਾਰ ਦੀਆਂ ਨੀਤੀਆਂ ਨੂੰ ਜਿਹੜਾ ਉਹ ਉਹਨਾਂ ਦੇ ਮੇਚਵਾਂ ਬਣਾ ਕੇ ਗੱਲ ਕਰਨੀ, ਇਹਦਾ ਬਹੁਤ ਮਾਇਨਾ ਹੈ। ਬਿਲਕੁਲ ਜੀ, ਬਿਲਕੁਲ। ਗੜਸ਼ੰਕਰ ਦੇ ਲਾਗੇ ਇੱਕ ਪਿੰਡ ਆ ਗੋਲੀਆਂ, ਉੱਥੇ ਮੈਂ ਇੱਕ ਟ੍ਰੇਨਿੰਗ ਕੈਂਪ ਦੇ ਵਿੱਚ ਗਿਆ ਸੀ। ਮਾਨਯੋਗ SDM ਗੜਸ਼ੰਕਰ ਪ੍ਰੀਤਮ ਸਿੰਘ ਯਾਦ ਆਇਆ ਮੈਨੂੰ ਉਹਨਾਂ ਦਾ ਨਾਂ, ਉਹ ਪ੍ਰੈਜ਼ਾਈਡ ਓਵਰ ਕਰ ਰਿਹਾ ਸੀ ਉਸ ਕੈਂਪ ਨੂੰ। ਔਰ ਉੱਥੇ ਇੱਕ ਕਿਸਾਨ ਨੇ ਜਦੋਂ ਮੈਂ ਉਹਨਾਂ ਨੂੰ ਦੱਸਿਆ ਉਹਦੇ ਪ੍ਰੋਬਲਮ ਆਈ ਸੀ ਕਿਸਾਨਾਂ ਦੇ ਗੰਨੇ ਦੇ ਪੈਸੇ ਦੀ, ਔਰ ਉਹਨਾਂ ਨੂੰ ਮੈਂ ਗੱਲ ਕੀਤੀ ਵੀ ਤੁਸੀਂ ਆਪ ਸਮਰੱਥ ਹੋ, ਤੁਹਾਡੇ ਕੋਲ ਸ਼ਕਤੀ ਬਹੁਤ ਹੈ, ਐਡਮਿਨਿਸਟ੍ਰੇਸ਼ਨ ਸਾਡੇ ਕੋਲ ਬੈਠੀ ਆ, ਇਹਨਾਂ ਕੋਲ ਵੀ ਸ਼ਕਤੀ ਬਹੁਤ ਹੈ, ਆਪਾਂ ਦੋਵੇਂ ਜਣੇ ਰਲ ਕੇ ਕੋਈ ਨਹੀਂ ਭੱਜ ਸਕਦਾ ਤੁਹਾਡੇ ਪੈਸੇ ਦੇਣ ਤੋਂ, ਔਰ ਉਹਨਾਂ ਨੂੰ ਪੈਸੇ ਦੇਣੇ ਹੀ ਪੈਣਗੇ, ਤੁਸੀਂ ਆਪ ਸਮਰੱਥ ਹੋ। ਔਰ ਇਸ ਗੱਲ ਦੇ ਉੱਤੇ ਜਦੋਂ ਮੈਂ ਦੱਸਿਆ ਕਿਸਾਨਾਂ ਨਾਲ ਗੱਲ ਕੀਤੀ ਵੀ ਤੁਸੀਂ ਤਕੜੇ ਹੋ, ਐਡਮਿਨਿਸਟ੍ਰੇਸ਼ਨ ਤਕੜੀ ਹੈ, ਦੋਵੇਂ ਜਣੇ ਇਕੱਠੇ ਹੋ ਕੇ ਤੁਸੀਂ ਉਹਨੂੰ ਰੱਸਾ ਪਾ ਲਓਗੇ, ਕਿਤੇ ਨਹੀਂ ਭੱਜ ਸਕਦਾ ਕੋਈ ਵੀ। ਤਾਲਮੇਲ ਦੀ ਗੱਲ ਉੱਥੇ ਆਈ, ਬਿਲਕੁਲ, ਕਿਸਾਨੀ ਤਾਲਮੇਲ, ਐਡਮਿਨਿਸਟ੍ਰੇਟਿਵ ਤਾਲਮੇਲ, ਬਿਲਕੁਲ ਬਿਲकुल ਇਹ ਮੋਹਰੇ ਹੈ, ਇੱਕ ਨੰਬਰ ਤੇ ਹੈ। ਔਰ ਮੈਨੂੰ ਇਹ ਦੱਸ ਕੇ ਖੁਸ਼ੀ ਵੀ ਹੋ ਰਹੀ ਹੈ ਤੁਹਾਨੂੰ ਕਿ ਕਿਸਾਨ ਇੱਕ ਉੱਠਿਆ, ਕਿਸਾਨ ਉੱਠ ਕੇ ਉਹਨੇ ਆਪਣੀ ਜੇਬ ਚੋਂ 50-50 ਦੇ ਨੋਟ ਕੱਢੇ ਔਰ ਦੋਵੇਂ 50-50 ਦੇ ਨੋਟ ਲੈ ਕੇ ਮੈਨੂੰ ਸਟੇਜ ਤੇ ਦੇਣ ਆਇਆ ਇਨਾਮ ਦੇਣ ਵਾਸਤੇ ਵੀ ਦੇਖ ਤੂੰ ਇਹ ਗੱਲ ਜਿਹੜੀ ਕੀਤੀ ਬਹੁਤ ਵਧੀਆ। ਔਰ SDM ਨੇ ਮੈਨੂੰ ਫਿਰ ਉਹ ਅਵਾਰਡ ਜਿਹੜਾ ਉਹ ਇੱਕ ਕਿਸਮ ਦਾ ਦਿੱਤਾ। ਜੀ ਜੀ ਜੀ, ਕਿਸਾਨਾਂ ਦੇ ਵਿੱਚ ਕਿਸਾਨ ਦੇ ਹਿੱਤ ਦੀ ਗੱਲ ਕਰਨੀ, ਉਹਦਾ ਮਾਇਨਾ ਜਿਹੜਾ ਉਹ ਬਹੁਤ ਵੱਡਾ ਬਣਦਾ ਹੈ। ਜੀ ਜੀ ਬਿਲਕੁਲ, ਕਿਉਂਕਿ ਕਿਸਾਨ ਦੇ ਹਿੱਤ ਦੀ ਗੱਲ ਕਰਨੀ ਬਹੁਤ ਹੀ ਘੱਟ ਕਿਤੇ ਨਾ ਕਿਤੇ ਦੇਖਣ ਨੂੰ ਮਿਲਦੀ ਹੈ, ਤੇ ਡਾਕਟਰ ਸਾਹਿਬ ਇਹ ਤੁਹਾਡੇ ਹੀ ਹਿੱਸੇ ਆਈ ਹੈ, ਇਸ ਲਈ ਮੁਬਾਰਕਬਾਦ ਆ ਤੁਹਾਡੇ ਲਈ। ਤੇ ਤੁਸੀਂ ਇਸ ਪਰਪੱਖ ਵੱਲੋਂ ਬਹੁਤ ਹੀ ਵਧੀਆ ਜਿਹੜਾ ਇੱਕ ਸ਼ਖਸੀਅਤ ਲੈ ਕੇ ਆਏ ਆ, ਤੇ ਬਹੁਤ ਹੀ ਜਿਹੜਾ ਹੈਗਾ ਤੁਹਾਡਾ ਵਧੀਆ ਯੋਗਦਾਨ ਰਿਹਾ। ਜੀ ਹਾਂ ਜੀ ਹਾਂ, ਮੈਨੂੰ ਇੱਕ ਗੱਲ ਦੱਸ ਕੇ ਖੁਸ਼ੀ ਹੋ ਰਹੀ ਹੈ ਤੁਹਾਨੂੰ ਜੀ
ਕਿ ਇੱਥੇ ਇੱਕ ਸੁਸਾਇਟੀ ਹੈ ਜਿਹਦੇ ਵਿੱਚ ਮੇਰੇ ਕਿਸਾਨ ਦੋਸਤ ਵੀ ਸੀ। ਮਹਿੰਗਾ ਸਿੰਘ ਹੁਣ ਮਰ ਚੁੱਕੇ ਆ, ਪਰ ਬਹੁਤ ਵਧੀਆ ਬੰਦੇ ਸੀ, ਬਹੁਤ ਵਧੀਆ ਕਿਸਾਨ ਦੋਸਤ ਵੀ ਸੀ ਮੇਰੇ ਜੀ। ਤੇ ਇੱਥੇ ਡਿਪਾਰਟਮੈਂਟ ਆਫ ਐਗਰੀਕਲਚਰ ਕੋਲ ਇੱਕ ਸਕੀਮ ਆਈ ਕਿ ਕਿਸੇ ਸੁਸਾਇਟੀ ਨੂੰ ਜਿਹੜਾ ਹੋਲਸੇਲ ਦੀ ਇੱਕ ਦੇਣੀ ਹੈ ਏਜੰਸੀ ਜੀ। ਤੇ ਮੈਨੂੰ ਚੀਫ ਐਗਰੀਕਲਚਰ ਅਫਸਰ ਨੇ ਪੁੱਛਿਆ ਵੀ ਕਿਹੜੀ ਜਿਹੜੀ ਸੁਸਾਇਟੀ ਹੈ ਉਹਨੂੰ ਆਪਾਂ ਦੇਣੀ ਚਾਹਾਂਗੇ ਜੀ। ਤੇ ਮੈਂ ਹੀ ਉਹਨਾਂ ਨੂੰ ਇਹ ਪ੍ਰਪੋਜ਼ ਕੀਤਾ ਕਿ ਸਾਡੇ ਕੋਲ ਜਿਹੜੀ ਇੱਕ ਬਹੁਤ ਵਧੀਆ ਸੁਸਾਇਟੀ ਆ ਲਾਂਬੜਾ, ਕੋਆਪਰੇਟਿਵ ਸੁਸਾਇਟੀ ਲਾਂਬੜਾ, ਵੀ ਉਹਨੂੰ ਅਸੀਂ ਜਿਹੜਾ ਹੈਗਾ ਵਾ ਇਹ ਹੋਲਸੇਲ ਫਰਟੀਲਾਈਜ਼ਰ ਦੀ ਏਜੰਸੀ ਜਿਹੜੀ ਉਹ ਦਈਏ ਤਾਂ ਜੋ ਬਾਕੀ ਲੋਕਾਂ ਦੀ ਵੱਧ ਸੇਵਾ ਕਰੂਗੀ। ਔਰ ਉਹ ਬੜੀ ਵਧੀਆ ਜਿਹੜੀ ਸੁਸਾਇਟੀ ਹੈ ਉਹ ਡਿਵੈਲਪ ਹੋਈ। ਉਸ ਸੁਸਾਇਟੀ ਨੂੰ ਵੀ ਪੰਜਾਬ ਗਵਰਨਮੈਂਟ ਨੇ ਸਪੈਸ਼ਲ ਜਿਹੜਾ ਹੈ ਉਹ ਅਡਾਪਟ ਕੀਤਾ ਔਰ ਉਹ ਆਪਣਾ ਕੰਮ ਜਿਹੜਾ ਮਾਰਵਲਸ ਐਕਸਲੈਂਟ। ਮੈਨੂੰ ਲੱਗਦਾ ਕਿ ਇਸ ਲਈ IAS ਆਫੀਸਰ ਉਹਨਾਂ ਨੂੰ ਗਾਈਡ ਕਰ ਰਹੇ ਨੇ ਡਾਇਰੈਕਟ ਉਸ ਸੁਸਾਇਟੀ ਨੂੰ, ਤੇ ਉਹਨਾਂ ਦਾ ਜਿਹੜਾ ਟਰਨਓਵਰ ਵੀ ਆ ਹਲੇ ਕਰੋੜਾਂ ਦੇ ਵਿੱਚ ਆ। ਸਭ ਤੋਂ ਵੱਡੀ ਟਰਨਓਵਰ ਜੇ ਕੋਈ ਕਿਸੇ ਦੀ ਹੈ ਤਾਂ ਉਹ ਉਹਦੀ ਹੈ ਜੀ। ਤੇ ਤੁਸੀਂ ਇਹ ਦਰਸ਼ਕ ਵੀਰੋ ਇੱਕ ਹੋਰ ਚੀਜ਼ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੀ ਜਿਹੜੀ ਸੁਸਾਇਟੀ ਜਿਹੜੀ ਤਿਆਰ ਕੀਤੀ ਉਸ ਵੇਲੇ ਦੀ ਜਿਹੜੀ ਸੁਸਾਇਟੀ ਤਿਆਰ ਕੀਤੀ ਹੋਈ, ਹੁਣ ਦਾ ਜਿਹੜਾ ਰਿਜ਼ਲਟ ਆ ਉਹਨੂੰ ਦੇਖਣ ਨੂੰ ਬਾਹਰੋਂ ਜਿਹੜੇ ਆ ਫੋਰਨਰ ਵੀ ਆਉਂਦੇ ਆ ਸਟੱਡੀ ਕਰਨ ਲਈ। ਐਗਜ਼ੈਕਟਲੀ ਔਰ ਉਸ ਸੁਸਾਇਟੀ ਦੇ ਵਿੱਚ ਯੂਨੀਵਰਸਿਟੀ ਦੀਆਂ ਟੀਮਾਂ ਵੀ ਆ ਰਹੀਆਂ, ਬਹੁਤ ਸਾਰੀਆਂ ਸਟੇਟਾਂ ਦੇ ਵਿੱਚੋਂ ਜਿਹੜੇ ਫਾਰਮਰ ਆ ਉਹ ਦੇਖਣ ਆ ਰਹੇ ਆ ਔਰ ਵਿਦੇਸ਼ਾਂ ਤੱਕ ਉਸ ਸੁਸਾਇਟੀ ਦੀ ਜਿਹੜੀ ਹੈ ਉਹ ਚਰਚਾ ਚੱਲਣ ਰਹੀ ਹੈ। ਇੱਕ ਮੈਂ ਇੱਕ ਕਿਸਾਨ ਵੀ ਹਾਂ ਜੀ ਔਰ ਕਿਸਾਨ ਦੇ ਤੌਰ ਦੇ ਉੱਤੇ ਮੈਂ ਐਗਰੀਕਲਚਰ ਕੋਆਪਰੇਟਿਵ ਸੁਸਾਇਟੀ ਜਿਹੜੀ ਹੁਕੜਾ ਹੈ ਉਹਦਾ ਮੈਂਬਰ ਆ ਜੀ। ਉਸ ਨੇ ਅੱਜ ਦੇ ਨਾਲ ਫਿਰ ਮੈਂ ਹੁਕੜਾਂ ਦੀ ਸੁਸਾਇਟੀ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਮੈਨੂੰ ਇਹ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਉਹ ਸੁਸਾਇਟੀ ਲੋਕਾਂ ਦੀ ਬੈਸਟ ਸਰਵਿਸ ਕਰਦੀ ਹੋਈ ਹਾਂਜੀ ਇੱਥੇ ਮਾਨਯੋਗ ਡਿਪਟੀ ਕਮਿਸ਼ਨਰ ਕੋਲੋਂ ਅਵਾਰਡ ਵੀ ਲੈ ਚੁੱਕੀ ਆ ਔਰ ਉਸ ਅਵਾਰਡ ਦੀ ਵੀ ਜਿਹੜੀ ਉਹ ਦੇਖ ਸਕਦੇ ਆ। ਡਾਕਟਰ ਸਾਹਿਬ ਮੈਨੂੰ ਇੱਕ ਦੱਸੋ ਕਿ ਤੁਸੀਂ ਆਪਣੇ ਜੀਵਨ ਟਾਈਮ ਦੇ ਵਿੱਚ ਦੂਰਦਰਸ਼ਨ ਦੇ ਉੱਤੇ ਵੀ ਰਹੇ, ਜਿਹੜਾ ਕਿ ਇੱਕ ਕਹਿ ਸਕਦੇ ਕਿ ਗੋਲਡਨ ਪੀਰੀਅਡ ਸੀ। ਉਹਦੇ ਵਿੱਚ ਤੁਸੀਂ ਨੇ ਕਿਸਾਨਾਂ ਨੂੰ ਬਹੁਤ ਸਾਰੀ ਇਨਫੋਰਮੇਸ਼ਨ ਉਸ ਮਾਧਿਅਮ ਰਾਹੀਂ ਦਿੱਤੀ ਜੀ। ਉਸ ਟਾਈਮ ਦੀ ਕੋਈ ਯਾਦ ਸਾਡੇ ਨਾਲ ਜ਼ਰੂਰ ਸਾਂਝੀ ਕਰੋ ਤਾਂ ਕਿ ਦਰਸ਼ਕ ਵੀਰ ਵੀ ਇੱਕ ਦੇਖਣ ਕਿ, ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਉਦੋਂ ਛੋਟੇ ਹੁੰਦੇ ਸੀ ਤੇ ਅਸੀਂ DD ਪੰਜਾਬੀ ਦੇ ਉੱਤੇ ਦੇਖਣਾ ਇਹਨਾਂ ਦਾ ਪ੍ਰੋਗਰਾਮ। ਤੇ ਜਦੋਂ ਪਹਿਲੀ ਵਾਰ ਮੈਂ ਇਹਨਾਂ ਨੂੰ ਪ੍ਰੋਫੈਸਰਸ਼ਿਪ ਦੇ ਵਿੱਚ ਦੇਖਿਆ ਤੇ ਦੇਖ ਕੇ ਬੜਾ ਹੈਰਾਨ ਹੋਇਆ ਕਿ ਦੂਰਦਰਸ਼ਨ ਵਾਲੇ ਬੰਦੇ ਇੱਥੇ ਕਿਤੇ ਤੁਰੇ ਫਿਰਦੇ ਆ। ਡਾਕਟਰ ਸਾਹਿਬ ਮੈਨੂੰ ਇੱਕ ਵਾਰ ਜ਼ਰੂਰ ਉਹਦੀ ਚੀਜ਼ ਦੱਸੋ। ਦੇਖੋ ਖੁਸ਼ਕਿਸਮਤੀ ਆ ਕਿ ਮੈਨੂੰ ਬੋਲਣ ਵਿੱਚ ਕੋਈ ਤਕਲੀਫ ਨਹੀਂ ਹਾਂਜੀ, ਮੇਰੀ ਜ਼ੁਬਾਨ ਠੀਕ ਹੈ ਹਾਂਜੀ। ਮੈਨੂੰ ਪੰਜਾਬੀ ਅੰਗਰੇਜ਼ੀ ਬਹੁਤੀ ਮਿਲਾਵਟ ਕਰਨ ਦੀ ਲੋੜ ਨਹੀਂ ਪੈਂਦੀ ਜੀ, ਮੈਂ ਸਿੱਧੀ ਭਾਸ਼ਾ 'ਚ ਗੱਲ ਕਰ ਸਕਦਾ ਜੀ। ਇਸ ਕਰਕੇ ਮੈਂ ਦੂਰਦਰਸ਼ਨ ਤੇ ਗਿਆ, ਮੇਰਾ ਟੈਸਟ ਹੋਇਆ, ਉਸ ਟੈਸਟ ਦੇ ਵਿੱਚ ਮੈਂ ਕਾਮਯਾਬ ਹੋ ਗਿਆ ਔਰ ਮੈਂ ਦੂਰਦਰਸ਼ਨ ਦੇ ਉੱਤੇ ਕਾਫੀ ਲੰਮਾ ਸਮਾਂ ਕਿਸਾਨਾਂ ਨੂੰ ਸਿੱਧੀ ਗੱਲਬਾਤ ਵੀ ਸਵਾਲਾਂ ਦੇ ਜਵਾਬ ਦਿੰਦਾ ਰਿਹਾ। ਡਾਕਟਰ ਸਾਹਿਬ ਤੁਸੀਂ ਇੱਕ ਚੀਜ਼ ਜ਼ਰੂਰ ਸਾਡੇ ਨਾਲ ਸਾਂਝੀ ਕਰੋ ਕਿ ਕਿੰਨਾ ਚਿਰ ਜਿਹੜਾ ਤੁਹਾਡਾ ਦੂਰਦਰਸ਼ਨ ਦੇ ਉੱਤੇ ਰਿਹਾ? ਦੂਰਦਰਸ਼ਨ ਕਿਉਂਕਿ ਮੇਰਾ ਖਿਆਲ ਜਦੋਂ ਮੈਂ ਕੰਮ ਕਰਨਾ ਸ਼ੁਰੂ ਕੀਤਾ ਉਦੋਂ ਕੋਈ ਹੋਰ ਚੈਨਲਸ ਨਹੀਂ ਸੀਗੇ, ਕੱਲਾ ਜਲੰਧਰ ਦੂਰਦਰਸ਼ਨ ਹੁੰਦਾ ਸੀਗਾ ਔਰ ਮੈਂ ਕੋਈ 20 ਸਾਲ ਦੇ ਕਰੀਬ ਜਿਹੜਾ ਸਮਾਂ ਦੂਰਦਰਸ਼ਨ ਤੇ ਰਿਹਾ। ਹੁਣ ਵੀ ਮੈਂ ਅਖੀਰ ਤੇ ਆਪ ਹੀ ਛੱਡ ਦਿੱਤਾ ਕਿ ਮੈਂ ਬਹੁਤ ਲੰਮਾ ਸਮਾਂ ਕੰਮ ਕਰ ਲਿਆ। ਨਵੇਂ ਜ਼ਮਾਨੇ ਨਵੇਂ ਬੰਦਿਆਂ ਨੂੰ ਕੰਮ ਜਿਹੜਾ ਉਹ ਮੌਕਾ ਮਿਲਣਾ ਚਾਹੀਦਾ ਤੇ ਇੱਕ ਵਧੀਆ ਐਕਸਪੀਰੀਅੰਸ ਸੀ ਜਿਹਦੇ ਨਾਲ ਮੈਂ ਲਗਭਗ ਸਾਰੇ ਲੋਕਾਂ ਦੇ ਘਰਾਂ ਵਿੱਚ ਮੈਂ ਗਿਆ ਕਿ ਨਹੀਂ ਗਿਆ ਜੀ? ਬਿਲਕੁਲ, ਪਰ ਟੈਲੀਵਿਜ਼ਨ ਰਾਹੀਂ ਜ਼ਰੂਰ ਕਰਾ ਜਾ ਜੀ। ਮੈਂ ਇੱਕ ਡਾਕਟਰ ਸਾਹਿਬ ਮੇਰਾ ਕੁਐਸਚਨ ਇੱਕ ਹੋਰ ਬਣਦਾ ਇਹਦੇ ਨਾਲ। ਡਾਕਟਰ ਸਾਹਿਬ ਮੈਂ ਤੁਹਾਨੂੰ ਇੱਕ ਦਰਸ਼ਕ ਵੀਰਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਮੇਰਾ ਗ੍ਰੈਜੂਏਸ਼ਨ ਦੇ ਟਾਈਮ ਜਿਹੜਾ ਮੇਰਾ ਵਿਦਿਆਰਥੀ ਸਫ਼ਰ ਸੀ ਉਸ ਦੌਰਾਨ ਡਾਕਟਰ ਸਾਹਿਬ ਜਿਹੜੇ ਹੈਗੇ ਆ ਮੇਰੇ ਇੱਕ ਐਜ਼ ਏ ਗੁਰੂ ਦੇ ਤਰ੍ਹਾਂ ਇਹਨਾਂ ਨੇ ਮੇਰੇ ਨਾਲ ਮੈਨੂੰ ਸਿੱਖਿਆ ਦੇ ਤੌਰ ਦੇ ਉੱਤੇ ਇਹਨਾਂ ਨੇ ਆਪਣਾ ਜਿਹੜਾ ਦਾਨ ਦਿੱਤਾ ਹੈਗਾ ਆ, ਜਿਹਦੇ ਤਹਿਤ ਹੀ ਅੱਜ ਮੈਂ ਤੁਹਾਡੇ ਰੂਬਰੂ ਹਾਂ। ਡਾਕਟਰ ਸਾਹਿਬ ਇੱਕ ਤਾਂ ਇਹਦੇ ਲਈ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਜੀ। ਡਾਕਟਰ ਸਾਹਿਬ ਇਹ ਤਾਂ ਹੋ ਗਈ ਕਾਲਜ ਦੀ ਗੱਲ, ਜਦੋਂ ਅਸੀਂ ਯੂਨੀਵਰਸਿਟੀ ਦੇ ਵਿੱਚ ਸੀਗੇ ਤੁਸੀਂ ਸਾਡੇ ਵੱਲ ਕਿੱਦਾਂ ਆਏ ਵੀ ਜਿਹੜੇ ਸਾਡੇ ਟੱਕਰੇ ਕਿਸ ਤਰ੍ਹਾਂ ਜਿੱਦਾਂ ਹੋਏ ਵੀ ਸਾਨੂੰ ਜ਼ਰੂਰ ਇੱਕ ਵਾਰ ਦੱਸੋ। ਉਹ ਦੇਖੋ ਇਹਨੂੰ ਕੁਝ ਗੱਲਾਂ ਇੱਦਾਂ ਦੀਆਂ ਜਿਹਨਾਂ ਨੂੰ ਐਕਸੀਡੈਂਟਲ ਵੀ ਕਹਿੰਦੇ ਆ ਜੀ, ਕਿਉਂਕਿ ਮੈਂ ਇੱਕ ਮੀਟਿੰਗ ਵਿੱਚ ਲੈਫਟੀਨੈਂਟ ਜਨਰਲ ਰਿਟਾਇਰਡ ਢਿੱਲੋਂ ਸਾਹਿਬ JS ਢਿੱਲੋਂ ਜੀ, ਉਹ ਮੈਨੂੰ ਇੱਕ ਮਿਲੇ ਸੀ ਇੱਦਾਂ ਦੀ ਇੱਕ ਮੀਟਿੰਗ ਵਿੱਚ
ਉੱਥੇ ਉਹਨਾਂ ਨੇ ਗੱਲ ਕੀਤੀ ਵੀ ਤੇਰੀ ਲੋੜ ਆ ਹਾਂਜੀ ਵੀ ਯੂਨੀਵਰਸਿਟੀ ਵਿੱਚ ਤੂੰ ਕੰਮ ਕਰੇਗਾ। ਹਾਂਜੀ ਮੈਂ ਕਿਹਾ ਜੀ ਤੁਸੀਂ ਠੀਕ ਸਮਝਦੇ ਹੋ, ਸ਼ਾਇਦ ਮੈਂ ਯੋਗ ਆਇਆ ਤੇ ਮੈਂ ਕਰ ਸਕਦਾ, ਕੋਈ ਗੱਲ ਨਹੀਂ ਜੀ। ਫਿਰ ਉਹ ਕਹਿੰਦਾ ਵੀ ਠੀਕ ਹੈ। ਮੈਂ ਉੱਥੇ ਆ ਗਿਆ। ਮੈਂ ਐਗਰੀਕਲਚਰ ਯੂਨੀਵਰਸਿਟੀ ਦੇ ਤੌਰ ਤੇ ਆਪਣਾ, ਕਿਉਂਕਿ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਸੀ, ਡਿਪਾਰਟਮੈਂਟ ਨਾਲ ਜੁੜਿਆ ਹੋਇਆ ਸੀ, ਤੇ ਫਿਰ ਮੈਂ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿੱਚ ਵੀ ਚਲਾ ਗਿਆ। ਮੈਨੂੰ ਉੱਥੇ ਰੱਖ ਲਿਆ ਗਿਆ। ਮੈਂ ਫਿਰ ਸੇਵਾ ਵਿੱਚ ਆ ਗਿਆ ਜੀ। ਇਹ ਤਾਂ ਚਲੋ ਇੱਕ ਬਹੁਤ ਹੀ ਜ਼ਿਆਦਾ ਮੁਬਾਰਕਬਾਦ ਜਿਹੜਾ ਇੱਕ ਤੁਹਾਡੇ ਲਈ ਹੈਗਾ ਆ ਕਿ ਤੁਸੀਂ ਐਗਰੀਕਲਚਰ ਦੇ ਉੱਤੇ ਹੀ ਕੰਮ ਕੀਤਾ। ਆਪਣੀ ਜ਼ਿੰਦਗੀ ਜਿਹੜੀ ਹੈਗੀ ਸਾਰੀ ਦੀ ਸਾਰੀ, ਮੈਨੂੰ ਲੱਗਦਾ ਕਿ ਤੁਸੀਂ ਆਪਣਾ ਜਿਹੜਾ ਜ਼ਿੰਦਗੀ ਦਾ ਸਾਰਾ ਟਾਈਮ ਜਿਹੜਾ ਹੈਗਾ ਐਗਰੀਕਲਚਰ ਨੂੰ ਹੀ ਡੈਡੀਕੇਟ ਕੀਤਾ ਜੀ। ਇੱਕ ਤਾਂ ਤੁਸੀਂ ਆਪਣੀ ਫੈਮਿਲੀ ਨਾਲ ਵੀ ਆਪਣਾ ਟਾਈਮ ਜਿਹੜਾ ਹੈਗਾ ਪੂਰਾ ਹੀ ਕਾਂਸਟੈਂਟ ਰੱਖਿਆ, ਬਰਾਬਰ ਰੱਖਿਆ ਜੀ, ਤੇ ਇਹਦੇ ਲਈ ਇੱਕ ਵਧੀਆ ਇੱਕ ਜਿਹੜਾ ਮਾਹੌਲ ਜਿਹੜਾ ਤਿਆਰ ਹੁੰਦਾ ਰਿਹਾ। ਤੇ ਡਾਕਟਰ ਸਾਹਿਬ ਮੈਨੂੰ ਦੱਸੋ ਕਿ ਜਿਸ ਤਰ੍ਹਾਂ ਸਾਡੀ ਫੈਮਲੀਆਂ ਇਕੱਠੀਆਂ ਰਹਿੰਦੀਆਂ ਆ, ਕਿ ਇਸੇ ਤਰ੍ਹਾਂ ਕਿਸਾਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਏਕਤਾ ਦੀ ਕਮੀ ਤਾਂ ਦਿਸਦੀ ਆ। ਜੇ ਏਕਤਾ ਦੀ ਕਮੀ ਆ ਤਾਂ ਇਹਦਾ ਮਤਲਬ ਕਿ ਕਿਸਾਨ ਮਾਰ ਖਾ ਰਹੇ ਨੇ ਇਸ ਵੇਲੇ ਬਾਜ਼ਾਰ ਦੇ ਵਿੱਚ। ਤੇ ਸਾਨੂੰ ਇਹ ਜ਼ਰੂਰ ਦੱਸੋ ਕਿ ਉਸ ਵੇਲੇ ਕਿਸਾਨ ਨੂੰ ਇਕੱਠੇ ਕਰਨਾ ਔਖਾ ਸੀ ਜਾਂ ਹੁਣ ਦੇ ਕਿਸਾਨ ਨੂੰ ਇਕੱਠੇ ਕਰਨਾ ਔਖਾ ਸੀ? ਜਿੰਨਾ ਕੁ ਮੁਸ਼ਕਲ ਉਦੋਂ ਸੀ ਉਹਨਾਂ ਕੀ ਮੁਸ਼ਕਲ ਹੋਣਾ, ਕਿਉਂਕਿ ਹੁਣ ਟੈਕਨੋਲੋਜੀ ਬਹੁਤ ਵੱਧ ਗਈ ਹੈ। ਇਸ ਕਰਕੇ ਤੁਸੀਂ ਕਿਸੇ ਨਾਲ ਕਮਿਊਨੀਕੇਸ਼ਨ ਕਰਨੀ ਹੈ ਤੇ ਬਹੁਤ ਈਜ਼ੀ ਹੋ ਗਈ ਹੈ। ਅੱਗੇ ਜਾ ਕੇ ਸੁਨੇਹਾ ਦੇਣਾ ਪੈਂਦਾ ਸੀ, ਜਾਂ ਚਿੱਠੀ ਲਿਖਣੀ ਪੈਂਦੀ ਸੀ, ਜਾਂ ਕਿਤੇ ਦੂਰਦਰਸ਼ਨ ਤੇ ਜਾਂ ਰੇਡੀਓ ਦੇ ਉੱਤੇ ਕੋਈ ਗੱਲ ਹੋਏਗੀ ਤੇ ਤਾਂ ਤੁਸੀਂ ਲੋਕਾਂ ਨੂੰ ਕਰ ਸਕਦੇ ਹੋ। ਉਹਦੇ ਵਿੱਚ ਤੁਸੀਂ ਕਿਸਾਨਾਂ ਦੇ ਸੰਗਠਨ ਦੀ ਗੱਲ ਨਹੀਂ ਕਰ ਸਕਦੇ। ਫਿਰ ਵੀ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ ਕਿ ਉਸ ਵੇਲੇ ਦੇਖੋ ਤੁਹਾਡੇ ਨਾਲ ਸਾਂਝ ਪਾਤੀ ਕਿ ਕਿਸ ਤਰ੍ਹਾਂ ਦਾ ਟਾਈਮ ਸੀ। ਹੁਣ ਡਾਕਟਰ ਸਾਹਿਬ ਤੁਹਾਨੂੰ ਇਹ ਦੱਸੋ ਕਿ ਉਦਾਂ ਦੀਆਂ ਕਠਿਨਾਈਆਂ ਦੇ ਵਿੱਚੋਂ ਨਿਕਲ ਕੇ ਬਹੁਤ ਸਾਰੇ ਦਰਸ਼ਕ ਵੀਰੋ ਇਹਨਾਂ ਨੇ ਇੱਦਾਂ ਦੇ ਕਿ ਸਮੂਹ ਤਿਆਰ ਕੀਤੇ, ਕਿਸਾਨਾਂ ਦਾ ਇਕੱਠ ਕੀਤਾ, ਜਿਹਦੇ ਤਹਿਤ ਜਿਹੜੇ ਕਿਸਾਨ ਜਿਹੜੇ ਹੈਗੇ ਆ ਉਹ ਹਜੇ ਤੱਕ ਵੀ ਇਕੱਠੇ ਨੇ ਤੇ ਕਿਤੇ ਨਾ ਕਿਤੇ ਉਹ ਇਕੱਠ ਜਿਹੜਾ ਆ ਡਾਕਟਰ ਸਾਹਿਬ ਰਿਜ਼ਲਟ ਦਿਖਾ ਰਿਹਾ ਆ। ਤੇ ਮੈਨੂੰ ਇਹ ਵੀ ਸੁਣਨ ਤੱਕ ਮਿਲਦਾ ਹੈਗਾ ਕਿ ਉਹਨਾਂ ਕਿਸਾਨਾਂ ਵਿੱਚੋਂ ਰਾਸ਼ਟਰਪਤੀ ਅਵਾਰਡ ਤੱਕ ਵੀ ਲੈ ਚੁੱਕੇ ਨੇ। ਜੀ ਜੀ। ਕਿਸਾਨਾਂ ਦੇ ਵਿੱਚ, ਕਿਉਂਕਿ ਤੁਸੀਂ ਮੈਂ ਕਿਸਾਨ ਹਾਂ ਜੀ, ਕਿਸਾਨ ਪਰਿਵਾਰ ਚੋਂ ਹਾਂ, ਕਿਸਾਨਾਂ ਨਾਲ ਹੀ ਕੰਮ ਕਰਦਾ ਹਾਂ, ਇਸ ਕਰਕੇ ਜ਼ਰੂਰੀ ਹੈ ਕਿ ਕਿਸਾਨ ਨੂੰ ਇਹ ਵੀ ਆਪਣੇ ਪੈਰਾਂ ਉੱਤੇ ਖੜੇ ਕਰਨ ਲਈ ਕੁਝ ਕੀਤਾ ਜਾਵੇ। ਅਸੀਂ ਜਦੋਂ ਇਹ ਗੱਲ ਕਰਦੇ ਹਾਂ ਤੇ ਫਿਰ ਉੱਦਾਂ ਦੇ ਗਰੁੱਪ ਵੀ ਬਣਨੇ ਹੁੰਦੇ ਆ ਜੀ। ਬਿਲਕੁਲ। ਵੀ ਉਹਨਾਂ ਦੀ ਜਿਹੜੀ ਚੀਜ਼ ਹੈ ਉਹਦੀ ਮਾਰਕੀਟ ਵੀ ਬਣੇ ਜੀ, ਆਪ ਮਾਰਕੀਟਿੰਗ ਕਰਿਓ ਜੀ, ਮੰਡੀ 'ਚ ਆਪ ਵੇਚੇ ਜੀ, ਜਾਂ ਉਹ ਕੋਈ ਚੀਜ਼ ਉਹਦੇ ਤੋਂ ਪੈਦਾ ਕਰਕੇ ਉਹਦੀ ਵੈਲਿਊ ਐਡੀਸ਼ਨ ਕਰੇ, ਜਿੱਦਾਂ ਕਹਿੰਦੇ ਜੀ ਜੀ, ਉਹਦੇ ਵਿੱਚ ਵੈਲਿਊ ਐਡੀਸ਼ਨ ਲੋੜ ਹੈ ਜੀ। ਉਸ ਲਿਹਾਜ਼ ਦੇ ਨਾਲ ਫਿਰ ਜਿਹੜਾ ਕੰਗਮਾਈ ਵੇਖੇ ਇੱਕ ਹਲਦੀ ਦਾ ਪਲਾਂਟ ਲੱਗਾ ਜੀ, ਉਹਦੇ ਵਿੱਚ ਸ਼ਹਿਦ ਦਾ ਪਲਾਂਟ ਵੀ ਲੱਗਾ ਜੀ। ਉਹਦੇ ਜਿਹੜੇ ਓਰੀਜਨਲ ਸਟਾਰਟ ਵਾਲੇ 10-11 ਮੈਂਬਰ ਆ, ਉਹਨਾਂ ਵਿੱਚ ਇੱਕ ਮੈਂਬਰ ਮੈਂ ਵੀ ਆ, ਤੇ ਜਿਨ੍ਹਾਂ ਨੇ ਉਹ ਪਲਾਂਟ ਸਟਾਰਟ ਕਰਨ ਦੀ ਗੱਲ ਕੀਤੀ ਔਰ ਮੁੜ ਕੇ ਸਰਕਾਰ ਨੇ ਜਿਹੜਾ ਉਹਦੇ ਵਿੱਚ ਸਹਿਯੋਗ ਦਿੱਤਾ ਔਰ ਉਹ ਪਲਾਂਟ ਲੱਗ ਗਿਆ, ਅੱਜ ਵੀ ਚੱਲ ਰਿਹਾ ਹੈ, ਵਧੀਆ ਚੱਲ ਰਿਹਾ। ਦੂਸਰਾ ਇੱਕ ਜਿਹੜਾ ਕਿਸਾਨਾਂ ਦੇ ਵਿੱਚ ਸਿੱਧਾ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਲੋੜ ਬਣ ਗਈ ਹੈ ਵੀ ਜ਼ਹਿਰ ਮੁਕਤ ਖੁਰਾਕ ਕਿੱਦਾਂ ਹੋਵੇ, ਜਿਹਨੂੰ ਆਰਗੈਨਿਕ ਪ੍ਰੋਡਕਸ਼ਨ ਵੀ ਕਹਿ ਰਹੇ ਆਪਾਂ। ਉਹ ਜ਼ਹਿਰ ਮੁਕਤ ਖੁਰਾਕ ਵਾਸਤੇ ਇੱਕ ਗਰੁੱਪ ਇੱਥੇ ਬਣਾਇਆ, ਇਨੋਵੇਟਿਵ ਫਾਰਮਰਸ ਐਸੋਸੀਏਸ਼ਨ ਹੈ, ਹੁਸ਼ਿਆਰਪੁਰ ਦੇ ਵਿੱਚ ਹੈ। ਐਸੇ ਇਹ ਬਾਕੀ ਇੱਦਾਂ ਵੀ ਬਾਕੀ ਥਾਵਾਂ ਦੇ ਉੱਤੇ ਵੀ ਇੱਦਾਂ ਬਣੇ ਹੋਏ ਆ। ਉਹਨਾਂ ਦੇ ਮਾਲ ਨੂੰ ਵੇਚਣ ਲਈ, ਉਹਨਾਂ ਦੀ ਪੈਦਾਵਾਰ ਨੂੰ ਵੇਚਣ ਲਈ ਇੱਥੇ ਦਫ਼ਤਰ ਦੇ ਵਿੱਚ, ਖੇਤੀ ਭਵਨ ਦੇ ਵਿੱਚ ਇੱਕ ਦੁਕਾਨ ਬਣਾਈ ਗਈ, ਜਿਹਦੇ ਵਿੱਚ ਜਿਹੜੀ ਜ਼ਹਿਰ ਮੁਕਤ ਖੁਰਾਕ ਵਾਲੀਆਂ ਚੀਜ਼ਾਂ ਵਿਕਦੀਆਂ। ਤੇ ਉਸੇ ਹੀ ਲੜੀ ਵਿੱਚ ਇੱਥੇ ਦੇ ਮਾਨਯੋਗ DC ਸੀਗੇ ਪਹਿਲਾਂ, ਉਹਨਾਂ ਨੇ ਸਾਡੀ ਜਿਹੜੀ ਮਦਦ ਕੀਤੀ। ਅਸੀਂ ਰੋਸ਼ਨ ਗਰਾਊਂਡ ਦੇ ਵਿੱਚ ਕਿਸਾਨਾਂ ਨੂੰ ਸਬਜ਼ੀਆਂ ਵੇਚਣ ਲਈ ਐਤਵਾਰ ਦਾ ਇੱਕ ਦਿਨ ਲੈ ਕੇ ਦਿੱਤਾ ਔਰ ਉੱਥੇ ਸਬਜ਼ੀਆਂ ਵੇਚ ਰਿਹਾ, ਉਹ ਵਿਕ ਰਹੀਆਂ। ਜੀ ਜੀ ਜੀ, ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਚੀਜ਼ਾਂ ਨੇ ਕਿ ਜਿਹੜੀਆਂ ਡਾਕਟਰ ਸਾਹਿਬ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਨੇ। ਡਾਕਟਰ ਸਾਹਿਬ ਤੁਸੀਂ ਕੁਝ ਇਹੋ ਜਿਹੇ ਕਿਸਾਨਾਂ ਦੇ ਸਾਨੂੰ ਦੱਸ ਸਕਦੇ ਹੋ ਜਿਨ੍ਹਾਂ ਨੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ, ਮੈਨੂੰ ਲੱਗਦਾ ਕਿ ਤੁਹਾਡੇ ਨਾਲ ਸਾਰਾ ਏਰੀਆ ਹੀ ਉਸ ਵੇਲੇ ਜਿਹੜਾ ਹੈਗਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦਾ ਸੀ, ਪਰ ਫਿਰ ਵੀ ਕਹਿੰਦੇ ਹੁੰਦੇ ਨੇ ਕਿਤੇ ਨਾ ਕਿਤੇ ਕੁਝ ਜਿਹੜੇ ਅਗਾਂਹ ਵਧੂ ਜਿਹੜੇ ਕਿਸਾਨ ਨੇ, ਜਿਨ੍ਹਾਂ ਦੀ ਸੋਚ ਕਿਤੇ ਹਟ ਕੇ ਬਾਕੀ ਕਿਸਾਨਾਂ ਨਾਲੋਂ, ਉਹ ਕੁਝ ਕਿਸਾਨਾਂ ਦਾ ਜ਼ਰੂਰ ਸਾਡੇ ਨਾਲ ਸਾਂਝ ਪਾਓ। ਦੇਖੋ, ਉਹਦੇ ਵਿੱਚ ਮੈਂ ਇਹ ਕਹਿ ਸਕਦਾ ਕਿ ਚੱਗਰਾ ਪਿੰਡ ਹੈ, ਇੱਥੋਂ ਨੇੜੇ ਹੀ ਹੈ ਜੀ। ਉੱਥੇ ਦਾ ਇੱਕ ਕਿਸਾਨਾਂ ਦਾ ਗਰੁੱਪ ਹੈ, ਪਰਿਵਾਰ ਹੈ ਇੱਕ, ਔਰ ਉਹ ਪਰਿਵਾਰ ਸਾਰਾ ਇਕੱਠਾ ਰਹਿੰਦਾ ਜੀ। ਔਰ ਪਰਿਵਾਰ ਦੀ ਮਤਲਬ ਅੱਜ ਦੇ ਸਮੇਂ ਵਿੱਚ ਬੜੀ ਇੱਕ ਟੇਢੀ ਗੱਲ ਆ ਕਿ ਕੋਈ ਪਰਿਵਾਰ ਇਕੱਠਾ ਹੋਵੇ। ਬਿਲਕੁਲ ਜੀ, ਮੁੱਖ ਲੋੜ ਆ। ਹਾਂ, ਲੋੜ ਵੀ ਹੈ ਜੀ। ਔਰ ਉਹ ਆਰਗੈਨਿਕ ਫਾਰਮਿੰਗ ਦੇ ਬਹੁਤ ਨੇੜੇ ਚੱਲਣ ਡਿਆ, ਜ਼ਹਿਰ ਮੁਕਤ ਖੇਤੀ ਕਰਨ ਡਿਆ ਜੀ। ਕਾਫੀ ਵੱਡਾ ਜਿਹੜਾ ਉਹਨਾਂ ਦਾ ਕਾਰੋਬਾਰ ਵੀ ਹੈ।
ਔਰ ਦੋ ਭਰਾ ਇੱਥੇ ਰਹਿੰਦੇ ਜਿਹੜੇ ਖੇਤੀ ਕਰਦੇ ਆ ਜੀ। ਔਰ ਉਹਨਾਂ ਨੇ ਆਪਣੀ ਮਿਹਨਤ ਦੇ ਨਾਲ, ਆਪਣੇ ਕੰਮ ਦੇ ਨਾਲ ਅਸੀਂ ਸ਼ੁਰੂ ਕੀਤਾ ਸੀ ਉਦੋਂ ਗੰਡੋਇਆਂ ਦੀ ਖਾਦ ਜੀ। ਔਰ ਸਭ ਤੋਂ ਪਹਿਲਾਂ ਉਹਨਾਂ ਦੇ ਹੀ ਫਾਰਮ ਦੇ ਉੱਤੇ ਜਿਹੜਾ ਉਹ ਗੰਡੋਇਆਂ ਦੀ ਖਾਦ ਦਾ ਕੰਮ ਸ਼ੁਰੂ ਕਰਾਇਆ ਜੀ। ਔਰ ਉਹਨਾਂ ਨੂੰ ਸੁਰਜੀਤ ਸਿੰਘ ਨੇ ਬਹੁਤ ਕੰਮ ਕੀਤਾ ਔਰ ਗੰਡੋਇਆਂ ਦੀ ਖਾਦ ਪੈਦਾ ਕਰ ਲਈ। ਆਰਗੈਨਿਕ ਫਾਰਮਿੰਗ ਦੇ ਵਿੱਚ ਹੀ ਅੱਗੇ ਚੱਲੀ ਹੈ ਜੀ। ਤੇ ਰਾਸ਼ਟਰਪਤੀ ਅਵਾਰਡ ਉਹਨੂੰ ਮਿਲਿਆ ਗੰਡੋਇਆਂ ਦੀ ਖਾਦ ਕਰਕੇ, ਗੰਡੋਇਆਂ ਦੀ ਖਾਦ ਕਰਕੇ, ਆਰਗੈਨਿਕ ਪ੍ਰੋਡਕਸ਼ਨ ਕਰਕੇ। ਜੀ 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 ਜੀ। ਅਰੇ ਵਾਹ। ਔਰ ਇੱਕ ਬਹੁਤ ਵੱਡਾ ਇੱਕ ਮੈਂ ਸਮਝਦਾ ਵੀ ਸਾਨੂੰ ਖੁਸ਼ੀ ਹੁੰਦੀ ਹੈ ਵੀ ਉਸ ਕਿਸਾਨ ਨੂੰ ਅਸੀਂ ਇਹ ਦਿਸ਼ਾ ਦਿੱਤੀ ਵੀ ਉਹ ਰਾਸ਼ਟਰਪਤੀ ਅਵਾਰਡ ਤੱਕ ਪਹੁੰਚਿਆ। ਜੀ ਜੀ ਜੀ। ਦੇਖੋ ਦਰਸ਼ਕ ਭਰਾਵੋ, ਰਾਸ਼ਟਰਪਤੀ ਅਵਾਰਡ ਲੈਣਾ ਕਿਤੇ ਨਿੱਕੀ ਸੌਖੀ ਗੱਲ ਨਹੀਂ। ਸਾਡੇ ਜਿਹੜਾ ਹੈਗਾ ਆ ਖਾਸ ਕਰਕੇ ਭਾਰਤ ਦੇ ਵਿੱਚ ਜਿੱਥੇ ਇੰਨੀ ਜ਼ਿਆਦਾ ਖੇਤੀ ਦੇ ਉੱਤੇ ਜਿਹੜੀ ਸਾਡੀ ਪਾਪੂਲੇਸ਼ਨ ਜਿਹੜੀ ਡਿਪੈਂਡ ਆ, ਉਹ 'ਚੋਂ ਰਾਸ਼ਟਰਪਤੀ ਅਵਾਰਡ ਤੱਕ ਲੈ ਕੇ ਜਾਣਾ ਜਿਹੜੇ ਕਿਸਾਨਾਂ ਨੂੰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੀਜ਼ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਸਾਨੂੰ ਦਿਸਦੀ ਪਈ ਆ। ਅਤੇ ਡਾਕਟਰ ਸਾਹਿਬ ਸਾਨੂੰ ਇਹ ਦੱਸੋ ਕਿ ਇਹ ਤਾਂ ਤੁਹਾਡਾ ਜਿਹੜਾ ਸਰਵਿਸ ਟਾਈਮ ਦਾ ਜਿਹੜਾ ਟਾਈਮ ਹੋ ਗਿਆ ਜੀ, ਤੇ ਉਸ ਤੋਂ ਬਾਅਦ ਤੁਹਾਡੀ ਹੈਗੀ ਰਿਟਾਇਰਮੈਂਟ। ਤੇ ਰਿਟਾਇਰਮੈਂਟ ਤੋਂ ਬਾਅਦ ਦਾ ਜਿਹੜਾ ਹੈਗਾ ਆ ਜੀਵਨ ਚੱਕਰ, ਇੱਕ ਸਮੂਥ ਜ਼ਿੰਦਗੀ ਸ਼ਹਿਰਾਂ ਵਾਲੀ ਜੀਣ ਕੇ ਆ ਰਹੇ ਆ ਕਿ ਜਾਂ ਫਿਰ ਹਜੇ ਤੱਕ ਵੀ ਉਹੀ ਗਰਾਊਂਡ ਦੇ ਉੱਤੇ ਕੰਮ ਚੱਲ ਰਿਹਾ ਧੜਾ ਧੜ? ਮੈਂ ਇੱਕ ਕਿਸਾਨ ਵੀ ਹਾਂ ਜੀ। ਮੈਂ ਛੋਟੀ ਜਿਹੀ ਜ਼ਮੀਨ ਹੈਗੀ ਮੇਰੇ ਕੋਲ, ਤੇ ਹਾਂ ਕਿਉਂਕਿ ਮੈਂ ਪਿੰਡ ਤੋਂ ਆਇਆ ਵਾਂ ਦੌਲੋ ਨੰਗਲ ਜ਼ਿਲ੍ਹਾ ਅੰਮ੍ਰਿਤਸਰ 'ਚ, ਉੱਥੇ ਵੀ ਥੋੜੀ ਜ਼ਮੀਨ ਹੈਗੀ। ਮੇਰੇ ਮਾਂ ਪਿਓ ਅਜੇ ਬਿਰਧ ਨੇ ਪਰ ਉਹ ਅਜੇ ਕੈਬ ਨੇ, ਪਿੰਡ ਉਹੀ ਆ ਤੇ ਪਿੰਡ ਦੀ ਜ਼ਮੀਨ ਦਾ ਜਿਹੜੀ ਉਹ ਉਹੀ ਸਭ ਕੁਝ ਦੇਖ ਰੇਖ ਕਰ ਰਿਹਾ ਹੈ ਜੀ। ਤੇ ਉਸ ਕਿਸਾਨੀ ਦੇ ਕੰਮ 'ਚ ਰਹਿਣ ਕਰਕੇ ਮੈਂ ਚਾਹੁੰਦਾ ਕਿ ਮੈਂ ਲਗਾਤਾਰ ਇਸ ਕੰਮ 'ਚ ਰਵਾਂ ਜੀ। ਮੈਂ ਖੇਤੀ ਦਾ ਕੰਮ ਕਰਦਾ ਕਰਕੇ ਨਾਲ ਜੁੜਿਆ ਰਿਹਾ ਜੀ। ਮੇਰੀ ਰਿਟਾਇਰਮੈਂਟ ਪਾਰਟੀ ਦੇ ਉੱਤੇ ਮੈਨੂੰ ਇਹ ਦੱਸ ਕੇ ਤੁਹਾਨੂੰ ਖੁਸ਼ੀ ਵੀ ਹੋ ਰਹੀ ਹੈ, ਸਾਰਿਆਂ ਨੂੰ ਖੁਸ਼ੀ ਹੋ ਰਹੀ ਹੈ ਜੀ। ਰਿਟਾਇਰਮੈਂਟ ਪਾਰਟੀ ਦੇ ਉੱਤੇ ਮੈਂ ਜਦੋਂ 2011 'ਚ ਰਿਟਾਇਰ ਹੋਇਆ ਸੀ ਤੇ ਖਾਲਸਾ ਕਾਲਜ ਮਾਲਪੁਰ ਦੇ ਪ੍ਰਿੰਸੀਪਲ ਰੰਧਾਵਾ ਸਾਹਿਬ ਹਾਂਜੀ ਉਦੋਂ ਪ੍ਰਿੰਸੀਪਲ ਸੀ ਔਰ ਉਹ ਮੇਰੇ ਦੋਸਤ ਵੀ ਹੈ ਜੀ। ਹੁਣ ਉਹ ਨਹੀਂ ਹੈ ਇਸ ਜੀਵਨ ਦੇ ਵਿੱਚ, ਉਹਨਾਂ ਦੀ ਮੌਤ ਹੋ ਚੁੱਕੀ ਹੈ, ਪਰ ਬਹੁਤ ਵਧੀਆ ਬੰਦੇ ਮੇਰੀ ਪਾਰਟੀ ਵਿੱਚ ਰਿਟਾਇਰਮੈਂਟ ਪਾਰਟੀ 'ਚ ਆਏ ਜੀ ਤੇ ਮੈਨੂੰ ਕਹਿੰਦੇ ਵੀ ਤੂੰ ਮੇਰੇ ਨਾਲ ਕੰਮ ਕਰਨਾ ਜੀ। ਤੇ ਮੈਂ ਉਹਨਾਂ ਨੂੰ ਕਹਿਤਾ ਮੈਂ ਜੀ ਰੰਧਾਵਾ ਸਾਹਿਬ ਕਿਉਂਕਿ ਉਹ ਬੜੀ ਵਰਸੇਟਾਈਲ ਪਰਸਨੈਲਿਟੀ ਜੀ ਸੀ ਤੇ ਮੈਂ ਉਹਨਾਂ ਨੂੰ ਕਹਿਤਾ ਵੀ ਠੀਕ ਹੈ ਤੁਹਾਡੇ ਨਾਲ ਕੰਮ ਕਰਾਂਗੇ ਜਿੱਦਾਂ ਤੁਸੀਂ ਕਹੋਗੇ ਉਸੇ ਤਰ੍ਹਾਂ। ਯਾਨੀ ਕਿ ਤੁਸੀਂ ਉਸ ਤੋਂ ਬਾਅਦ ਪ੍ਰੋਫੈਸਰਸ਼ਿਪ ਵੱਲ ਵੀ ਗਏ? ਮੈਨੂੰ ਉਹਨਾਂ ਨੇ ਉੱਥੇ ਸੱਦਿਆ ਜੀ, ਮਾਲਪੁਰ ਮੈਂ ਗਿਆ ਜੀ। ਮੇਰੀ ਉੱਥੇ ਇੰਟਰਵਿਊ ਹੋਈ ਪੰਜਾਬ ਯੂਨੀਵਰਸਿਟੀ ਦੇ ਐਕਸਪਰਟਾਂ ਰਾਹੀਂ ਜੀ ਔਰ ਮੈਨੂੰ ਉੱਥੇ ਜਿਹੜਾ ਉਹ ਐਜ਼ ਅਸਿਸਟੈਂਟ ਪ੍ਰੋਫੈਸਰ ਰੱਖ ਲਿਆ ਉਹਨਾਂ ਨੇ ਜੀ। ਤੇ ਮੈਂ ਜ਼ਰੂਰ ਉਹਨਾਂ ਨੂੰ ਪੁੱਛਿਆ, ਮੈਂ ਵੀ ਠੀਕ ਹੈ ਰੰਧਾਵਾ ਸਾਹਿਬ ਪ੍ਰਾਈਵੇਟ ਕਾਲਜ ਆ ਵੀ ਤੁਸੀਂ ਮੈਨੂੰ ਰੱਖ ਲਿਆ, ਮੈਂ ਕਰਨਾ ਕੀ ਹੈ ਜੀ? ਅਸੀਂ ਕਹਿੰਦੇ BSc ਐਗਰੀਕਲਚਰ ਸਟਾਰਟ ਕਰਨੀ ਹੈ ਜੀ। BSc ਐਗਰੀਕਲਚਰ ਸਟਾਰਟ ਕਰਨ ਵਾਸਤੇ ਮੈਂ ਉੱਥੇ ਉਹਨਾਂ ਦੇ ਨਾਲ ਤੁਸੀਂ ਕਹਿ ਸਕਦੇ ਕਿ ਉਹਨਾਂ ਨੇ ਅਗਵਾਈ ਦਿੱਤੀ ਤੇ ਮੈਂ ਉਹ BSc ਐਗਰੀਕਲਚਰ ਸਟਾਰਟ ਕਰਨ ਵਿੱਚ ਕਾਮਯਾਬ ਹੋਇਆ ਔਰ ਇੱਕ ਵਧੀਆ ਬੈਚ ਉੱਥੋਂ ਜਿਹੜਾ ਯਾਨੀ ਕਿ ਖੇਤੀਬਾੜੀ ਦੇ ਵਿਗਿਆਨੀ ਵੀ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਜੀ। ਹਾਂ ਜੀ। ਦਰਸ਼ਕ ਭਰਾਵੋ, ਇੱਕ ਤਾਂ ਤੁਹਾਨੂੰ ਮੈਂ ਜ਼ਰੂਰ ਦੱਸਣਾ ਚਾਹੁੰਦਾ ਕਿ ਡਾਕਟਰ ਸਾਹਿਬ ਦੀ ਜਿਹੜੀ ਹੈਗੀ ਤੁਹਾਨੂੰ ਮੈਂ ਪਹਿਲੇ ਦੱਸ ਚੁੱਕਾ ਕਿ ਬਹੁਤ ਹੀ ਜ਼ਿੰਦਗੀ ਜਿਹੜੀ ਲੰਬੀ ਆ ਕਿਤੇ ਨਾ ਕਿਤੇ, ਕਿ ਅਸੀਂ ਜੇ ਕਿਹਾ ਜਾਵੇ ਕਿ ਜ਼ਿੰਦਗੀ ਦੇ ਵਰਕੇ ਬਹੁਤ ਲੰਬੇ ਨੇ, ਪੜ੍ਹਨ ਵਾਲਾ ਚਾਹੀਦਾ। ਤੇ ਡਾਕਟਰ ਸਾਹਿਬ ਨੇ ਸਾਡੀ ਜਿਹੜੀ ਯੂਨੀਵਰਸਿਟੀ ਦੇ ਵਿੱਚ ਸੇਵਾ ਤਾਂ ਨਿਭਾਈ ਹੈ, ਜਿਹਦੇ ਵਿੱਚ ਬਹੁਤ ਸਾਰੇ ਵਧੀਆ ਜਿਹੜੇ ਹੈਗੇ ਸਟੂਡੈਂਟਸ ਨਿਕਲੇ ਨੇ ਤੇ ਮੈਨੂੰ ਲੱਗਦਾ ਕਿ ਇਸ ਵੇਲੇ ਵੱਡੀਆਂ ਕੰਪਨੀਆਂ ਦੇ ਵਿੱਚ ਬੈਠੇ ਨੇ ਤੇ ਇਸ ਵੇਲੇ ਆਪਣਾ ਕੁਝ ਬਿਜ਼ਨਸ ਕਰ ਰਹੇ ਨੇ ਜਾਂ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਵੀ ਇਸ ਵੇਲੇ ਜਾ ਚੁੱਕੇ ਨੇ ਜੀ। ਤੇ ਬਹੁਤ ਸਾਰੇ ਪ੍ਰੋਫੈਸਰਸ ਵੀ ਜਿਹੜੇ ਨੇ ਤੁਹਾਡੇ ਹੀ ਬਣਤਰ ਨੇ ਜੀ। ਤੇ ਉਸ ਤੋਂ ਬਾਅਦ ਡਾਕਟਰ ਸਾਹਿਬ ਮੈਂ ਤੁਹਾਨੂੰ ਇੱਕ ਵਾਰੀ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਹੁਤ ਸਾਰੇ ਇੱਦਾਂ ਦੇ ਕਾਲਜਸ ਨੇ ਜਿਨ੍ਹਾਂ ਵਿੱਚ ਡਾਕਟਰ ਸਾਹਿਬ ਦੀ ਜਿਹੜੀ ਹੈਗੀ ਹੈ ਸ਼ਮੂਲੀਅਤ ਇਸ ਵੇਲੇ ਜਿਹੜੀ ਐਕਟਿਵ ਆ। ਰਿਟਾਇਰਮੈਂਟ ਤੋਂ ਬਾਅਦ ਵੀ ਇਸ ਵੇਲੇ ਜਿਹੜਾ ਕਿ ਉਹ ਟਾਈਮ ਜਿੱਥੇ ਬੰਦਾ ਜਿਹੜਾ ਹੈਗਾ ਆ ਰਿਟਾਇਰਮੈਂਟ ਤੋਂ ਬਾਅਦ ਘਰ ਬਹਿਣਾ ਪਸੰਦ ਕਰਦਾ, ਪਰ ਫਿਰ ਵੀ ਬਹੁਤ ਸਾਰੇ ਕਾਲਜਸ ਦੇ ਵਿੱਚ ਵਿਗਿਆਨੀਆਂ ਨੂੰ ਤਿਆਰ ਕਰਨਾ ਹਜੇ ਤੱਕ ਵੀ ਨਿਰੰਤਰ ਜਾਰੀ ਹੈ ਤੇ ਗੈਸਟ ਫੈਕਲਟੀ ਦੇ ਤੌਰ ਦੇ ਉੱਤੇ ਕੰਮ ਕਰ ਰਹੇ ਨੇ ਜਾਂ ਇਸ ਵੇਲੇ ਸੈਮੀਨਾਰ ਵੈਬੀਨਾਰ ਜਾਂ ਕਿਸਾਨਾਂ ਦੀਆਂ ਮੀਟਿੰਗਾਂ ਲੈਣੀਆਂ ਜਾਂ ਡਿਪਾਰਟਮੈਂਟ ਨੂੰ ਕੋਈ ਗਾਈਡਲਾਈਨ ਦੇਣੀਆਂ ਜਾਂ ਐਡਮਿਨਿਸਟ੍ਰੇਟਿਵ ਦੇ ਵਿੱਚ ਬਹਿ ਕੇ ਆਪਣੀ ਗੱਲ ਰੱਖਣੀ, ਉਹ ਕਿਤੇ ਨਾ ਕਿਤੇ ਹਜੇ ਤੱਕ ਵੀ ਉਹ ਨਿਰੰਤਰ ਹੀ ਜਾਰੀ ਹੈ। ਤੇ ਵਗਦੇ ਪਾਣੀ ਨੂੰ ਰੋਕਣਾ ਕਹਿੰਦੇ ਹੁੰਦੇ ਵੀ ਬਹੁਤ ਔਖਾ ਆ ਤੇ ਵਗਦੇ ਪਾਣੀ ਜਿਹੜੇ ਆ ਬੜੇ ਪੱਥਰ ਤੋੜ ਦਿੰਦੇ ਨੇ ਤੇ ਮੈਨੂੰ ਲੱਗਦਾ ਕਿ ਇਹੋ ਜਿਹੀਆਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਹੈਗੀਆਂ ਆ ਤੇ ਡਾਕਟਰ ਸਾਹਿਬ ਜਿਹੜੇ ਹੈਗੇ ਨੇ
ਇਹੋ ਜਿਹੀਆਂ ਸ਼ਖਸੀਅਤਾਂ ਦੇ ਨਾਲ ਜਿਹੜੀਆਂ ਹੈਗੀਆਂ ਕਿ ਬੜੀਆਂ ਮੁਸੀਬਤਾਂ ਜਿਹੜੀਆਂ ਕਿਸਾਨੀ ਦੇ ਵਿੱਚ ਆ ਰਹੀਆਂ ਨੇ ਉਹਨਾਂ ਨੂੰ ਅਸੀਂ ਹੱਲ ਕਰ ਸਕਦੇ ਹਾਂ। ਤੇ ਇਸੇ ਤਹਿਤ ਹੀ ਸਾਡੀ ਜਿਹੜੀ ਅੱਜ ਦੀ ਜਿਹੜੀ ਸੀਗੀ ਮੁਲਾਕਾਤ ਸੀ। ਤੇ ਡਾਕਟਰ ਸਾਹਿਬ ਆਸ ਕਰਦੇ ਹਾਂ ਕਿ ਅਸੀਂ ਇਸੇ ਤਰ੍ਹਾਂ ਹੀ ਮਿਲਦੇ ਰਵਾਂਗੇ। ਤੇ ਡਾਕਟਰ ਸਾਹਿਬ ਦਾ ਜਿਹੜਾ ਹੈਗਾ ਜੀਵਨ ਬਹੁਤ ਲੰਬਾ ਆ ਤੇ ਕਿਤੇ ਨਾ ਕਿਤੇ ਅਸੀਂ ਟਾਈਮ ਦੇ ਨਾਲ ਵੀ ਦੇਖਦੇ ਹੋਏ ਡਾਕਟਰ ਸਾਹਿਬ ਅਸੀਂ ਅੱਜ ਦਾ ਜਿਹੜਾ ਹੈਗਾ ਇੱਥੇ ਖਤਮ ਕਰਦੇ ਹਾਂ। ਤੇ ਡਾਕਟਰ ਸਾਹਿਬ ਤੁਹਾਡਾ ਜਿਹੜਾ ਧੰਨਵਾਦ ਹੈ ਕਿ ਤੁਸੀਂ ਸਾਡੇ ਨਾਲ ਜੁੜੇ ਆ। ਤੇ ਡਾਕਟਰ ਸਾਹਿਬ ਦਾ ਦਰਸ਼ਕ ਵੀਰੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਤੁਸੀਂ ਇਹਨਾਂ ਨਾਲ ਸਿੱਧਾ ਡਾਇਰੈਕਟ ਕੰਟੈਕਟ ਕਰ ਸਕਦੇ ਹੋ। ਸਾਡੀ ਜਿਹੜੀ ਹੈਗੀ ਵੈਬਸਾਈਟ www.agagro&tech.com ਦੇ ਉੱਤੇ ਤੁਸੀਂ ਇਹਨਾਂ ਦੀ ਇੱਕ ਪ੍ਰੋਫਾਈਲ ਬਣੀ ਹੋਈ ਹੈ ਜਿਹਦੇ ਤਹਿਤ ਤੁਸੀਂ ਇਹਨਾਂ ਨਾਲ ਟੈਕਨੀਕਲੀ ਜੁੜ ਸਕਦੇ ਹੋ, ਜਿਸ ਦੇ ਤਹਿਤ ਤੁਸੀਂ ਆਪਣੀ ਮੇਲ ਦੇ ਉੱਤੇ ਆਪਣੇ ਮੈਸੇਜ ਭੇਜ ਸਕਦੇ ਹੋ ਜਾਂ ਤੁਸੀਂ ਡਾਇਰੈਕਟ ਕੰਟੈਕਟ ਵਿੱਚ ਵੀ ਕਰ ਸਕਦੇ ਹੋ ਡਾਕਟਰ ਸਾਹਿਬ ਦੇ ਨਾਲ। ਡਾਕਟਰ ਸਾਹਿਬ ਤੁਹਾਡਾ ਜਿਹੜਾ ਇੱਥੇ ਆਉਣ ਦੇ ਉੱਤੇ ਤੇ ਤੁਹਾਡਾ ਜਿਹੜਾ ਕੀਮਤੀ ਜਿਹੜਾ ਟਾਈਮ ਦਿੱਤਾ ਆ ਉਹਦੇ ਲਈ ਤੁਹਾਡਾ ਜਿਹੜਾ ਹੈਗਾ ਅਸੀਂ ਧੰਨਵਾਦ ਕਰਦੇ ਹਾਂ। ਧੰਨਵਾਦ ਜੀ ਦਰਸ਼ਕ ਵੀਰੋ, ਧੰਨਵਾਦ ਜੀ ਜਿਹੜਾ ਤੁਸੀਂ ਸਾਡੇ ਨਾਲ ਜੁੜੇ ਰਹੇ। ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਸਤਿ ਸ੍ਰੀ ਅਕਾਲ, ਧੰਨਵਾਦ। ਧੰਨਵਾਦ।